ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 120 ਤੇ ਹੇਠੋਂ ਦੂਸਰੀ ਪੰਕਤੀ ਹੈ 6 ਨੰਬਰ ਤੋਂ ਬਾਅਦ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਹਚਲ ਆਵੈ ਨਾ ਜਾਏ, ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤਿ ਸੱਚ ਸਮਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ, ਜਦੋਂ ਮਨ ਸਚਿਆਰਾ ਹੋ ਜਾਂਦਾ ਹੈ ਫਿਰ ਇਹਦੇ ਅੰਦਰ ਪਰਮਾਤਮਾ ਸਮਾ ਜਾਂਦਾ, ਲੀਨ ਹੋ ਜਾਂਦਾ। ਉਹ ਪਰਮਾਤਮਾ ਕੀ ਹੈ? ਸਦਾ ਸੱਚ ਨਿਹਚਲ, ਸੱਚ ਸਦਾ ਰਹਿਣ ਵਾਲਾ ਹੈ, ਆਵੇ ਨਾ ਜਾਏ, ਨਾ ਉਹ ਜੰਮਦਾ ਨਾ ਉਹ ਮਰਦਾ ਹੈ, ਕਿਉਂਕਿ ਸੱਚ ਪਰਮਾਤਮਾ ਹੈ। ਪਰਮਾਤਮਾ ਅਚਲ ਹੈ, ਉਹ ਜੰਮਦਾ ਮਰਦਾ ਨਹੀਂ ਹੈ, ਤੇ ਹੈ ਉਹ ਸਾਰਿਆਂ ਦੇ ਮਨ ਦੇ ਅੰਦਰ ਹੀ ਵਸਦਾ ਹੈ। ਸੱਚੇ ਲਾਗੈ ਸੋ ਮਨ ਨਿਰਮਲ, ਸੱਚੇ ਪਾ ਪਰਮਾਤਮਾ ਨਾਲ, ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ, ਸੋ ਮਨ ਨਿਰਮਲ, ਉਹ ਮਨ ਨਿਰਮਲ ਹੋ ਜਾਂਦਾ, ਸਾਫ਼ ਹੋ ਜਾਂਦਾ, ਉਹਦੇ ਵਿੱਚ ਸਾਰਾ ਕੂੜ ਕਬਾੜ ਖਤਮ ਹੋ ਜਾਂਦਾ ਹੈ। ਗੁਰਮਤਿ ਸੱਚ ਸਮਾਵਣੇ, ਇਹ ਜਿਹੜਾ ਨਿਰਮਲ ਮਨ ਹੈ ਫਿਰ ਗੁਰੂ ਦੀ ਮੱਤ ਦੇ ਚੱਲ ਕੇ ਸੱਚ ਪਾ ਪਰਮਾਤਮਾ, ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ, ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵਿਐ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣੇ। ਕਹਿੰਦੇ ਮੈਂ ਤਾਂ ਸੱਚ ਦੀ ਸਿਫਤ ਸਲਾਹ ਕਰਦਾ, ਪਰਮਾਤਮਾ ਸਿਫਤ ਸਲਾਹ ਕਰਦਾ, ਅਵਰ ਨਾ ਕੋਈ, ਮੈਂ ਹੋਰ ਕਿਸੇ ਦੀ ਸਿਫਤ ਸਲਾਹ ਨਹੀਂ ਕਰਦਾ, ਕਿਉਂਕਿ ਮੈਨੂੰ ਪਰਮਾਤਮਾ ਦੇ ਬਰਾਬਰ ਹੋਰ ਕੋਈ ਦਿਸਦਾ ਹੀ ਨਹੀਂ। ਜਿਤ ਸੇਵਿਆ ਸਦਾ ਸੁਖ ਹੋਈ, ਜਿਸ ਦਾ ਸਿਮਰਨ ਕਰਕੇ ਸਦਾ ਹੀ ਸੁਖ ਹੁੰਦਾ ਹੈ। ਸੋ ਪਰਮਾਤਮਾ ਦਾ ਨਾਮ ਜਪ ਕੇ ਜੀਵ ਨੂੰ ਸੁਖ ਮਿਲਦਾ ਹੈ। ਇਹ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹਨੂੰ ਫਿਰ ਸੁਖ ਮਿਲਦਾ ਹੈ। ਨਾਨਕ ਨਾਮ ਰਤੇ ਵਿਚਾਰੀ, ਵਿਚਾਰੀ ਦਾ ਵਿਚਾਰਵਾਨ, ਜਿਹੜੇ ਪਰਮਾਤਮਾ ਦੇ ਨਾਮ ਨਾਲ ਰੰਗੇ ਜਾਂਦੇ ਹਨ ਉਹ ਵਿਚਾਰਵਾਨ ਹੋ ਜਾਂਦੇ। ਉਹ ਫਿਰ ਵਿਚਾਰ ਕਰਦੇ ਨੇ ਕੀ ਠੀਕ ਹੈ ਕੀ ਗਲਤ ਹੈ, ਉਹ ਆਪਣੀ ਵੀ ਪੜਚੋਲ ਕਰਦੇ ਨੇ ਕਿ ਮੇਰੇ ਅੰਦਰ ਕੀ ਠੀਕ ਹੈ ਕੀ ਗਲਤ ਹੈ। ਵਿਚਾਰਵਾਨ ਜੋ ਹੋਵੇ, ਬਹੁਤੀ ਦੁਨੀਆ ਵਿਚਾਰਵਾਨ ਨਹੀਂ ਹੈ, ਇਸ ਲਈ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਜੋ ਕਰ ਰਹੇ ਨੇ ਉਹ ਠੀਕ ਹੈ ਕਿ ਗਲਤ ਹੈ। ਉਹ ਗਲਤ ਨੂੰ ਵੀ ਠੀਕ ਹੀ ਸਮਝ ਰਹੇ ਨੇ। ਜਦੋਂ ਬੰਦਾ ਗਲਤ ਕੰਮ ਨੂੰ ਠੀਕ ਸਮਝਦਾ ਤਾਂ ਹੀ ਕਰਦਾ ਨਾ, ਜੇ ਉਹ ਗਲਤ ਨੂੰ ਗਲਤ ਸਮਝੇ ਸ਼ਾਇਦ ਉਹ ਨਾ ਕਰੇ। ਜੇ ਚੋਰ ਚੋਰੀ ਕਰਨ ਨੂੰ ਗਲਤ ਸਮਝੇ ਤਾਂ ਫਿਰ ਨਹੀਂ ਚੋਰੀ ਕਰੇਗਾ, ਪਰ ਉਹ ਤਾਂ ਚੋਰੀ ਨੂੰ ਠੀਕ ਸਮਝ ਰਿਹਾ ਵੀ ਕੌਣ ਕੰਮ ਕਰਦਾ ਫਿਰ ਕੇ ਦਿਹਾੜੀਆਂ ਕਰੇਗਾ, ਜਾਓ ਅਤੇ ਆਪਣਾ ਚੋਰੀ ਕਰ ਲਿਓ। ਸੋ ਇਸ ਲਈ ਕਹਿੰਦੇ ਨਾਨਕ ਨਾਮ ਰਤੇ ਵਿਚਾਰੀ, ਜਿਹੜੇ ਪਰਮਾਤਮਾ ਦੇ ਨਾਮ ਰੰਗੇ ਜਾਂਦੇ ਨੇ ਉਹ ਨੇ ਵਿਚਾਰਵਾਨ, ਸੱਚੋ ਸੱਚ ਕਮਾਵਣੇ। ਜਦੋਂ ਵਿਚਾਰਵਾਨ ਹੋ ਜਾਂਦੇ ਨੇ, ਸਿਆਣੇ ਹੋ ਜਾਂਦੇ ਨੇ, ਫਿਰ ਸਿਰਫ ਅਤੇ ਸਿਰਫ ਸੱਚ ਦੀ ਕਮਾਈ ਕਰਦੇ ਨੇ, ਪਰ ਸਿਰਫ ਅਤੇ ਸਿਰਫ ਨਾਮ ਜਪਦੇ ਹਨ। ਨਾਮ ਜਪਣ ਨੂੰ ਸੱਚ ਦੀ ਕਮਾਈ ਕਹਿੰਦੇ ਨੇ, ਉਹ ਸੱਚ ਹੀ ਕਮਾਉਂਦੇ ਨੇ। ਫਿਰ ਮਾਝ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਫਿਰ ਫਰਮਾਨ ਕਰਦੇ ਨੇ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ।
ਨਿਰਮਲ ਸ਼ਬਦ ਨਿਰਮਲ ਹੈ ਬਾਣੀ। ਪਰਮਾਤਮਾ ਦਾ ਨਾਮ ਵੀ ਨਿਰਮਲ ਅਤੇ ਪਰਮਾਤਮਾ ਦੀ ਬਾਣੀ ਵੀ ਨਿਰਮਲ। ਨਿਰਮਲ ਜੋਤ ਸਭ ਮਹਿ ਸਮਾਣੀ। ਪਰਮਾਤਮਾ ਦੀ ਜੋਤ ਵੀ ਨਿਰਮਲ ਹੈ, ਉਹ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ। ਨਿਰਮਲ ਬਾਣੀ ਹਰ ਸਾ ਲਾਹੀ, ਜਪ ਹਰ ਨਿਰਮਲ ਮੈਲ ਗਵਾਵਣੇ। ਕਹਿੰਦੇ ਮੈਂ ਤਸ ਪਵਿੱਤਰ ਬਾਣੀ ਦੀ ਸਿਫਤ ਸਲਾਹ ਕਰਦਾ ਦੇ ਰਾਹੀਂ। ਬਾਣੀ ਰਾਹੀਂ, ਪਵਿੱਤਰ ਬਾਣੀ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਦਾ। ਜਪ ਹਰ ਨਿਰਮਲ, ਪਰਮਾਤਮਾ ਕਿਉਂਕਿ ਨਿਰਮਲ ਹੈ, ਉਸ ਨੂੰ ਜਪ ਕੇ ਮੈਲ ਗਵਾਵਣੇ। ਅੰਦਰ ਜਿਹੜੀ ਮਨ ਦੀ ਮੈਲ ਹੈ ਉਹ ਲੈ ਜਾਂਦੀ। ਮਨ ਦੀ ਮੈਲ ਸਰੋਵਰਾਂ 'ਚ ਨਹਾਉਣ ਨਾਲ ਨਹੀਂ ਲੈਂਦੀ, ਨਾ ਇਹ ਗੰਗਾ ਦੇ ਦਰਿਆਵਾਂ 'ਚ ਨਹਾਉਣ ਨਾਲ ਲੈਂਦੀ ਹੈ। ਬਸ ਉਹ ਚੱਲ ਪਏ ਇੱਕ ਵਾਰੀ। ਜੇ ਇਸ ਤਰ੍ਹਾਂ ਇਸ਼ਨਾਨ ਕਰਨਾ ਮੈਲ ਲੈਂਦੀ ਹੋਵੇ, ਫਿਰ ਤਾਂ ਨਾ ਅੰਮ੍ਰਿਤ ਉੱਠਣ ਦੀ ਲੋੜ ਹੈ, ਨਾ ਬਾਣੀ ਪੜ੍ਹਨ ਦੀ ਲੋੜ ਹੈ, ਨਾ ਸਿਮਰਨ ਕਰਨ ਦੀ ਲੋੜ ਹੈ। ਫਿਰ ਤਾਂ ਕੋਈ ਲੋੜ ਹੀ ਨਹੀਂ। ਆਪਣਾ ਜਾ ਕੇ ਕਿਸੇ ਸਰੋਵਰ ਦਰਿਆ 'ਚ ਨਹਾਓ, ਚੱਲ ਪਵਿੱਤਰ। ਜੇ ਮਨ ਪਵਿੱਤਰ ਹੁੰਦਾ ਹੋਵੇ ਇਸ ਤਰ੍ਹਾਂ, ਤਾਂ ਮੰਨ ਲਓ ਕਿ ਚੋਰ ਸਰੋਵਰ 'ਚ ਇਸ਼ਨਾਨ ਕਰ ਰਿਹਾ। ਜੇ ਉਹਦਾ ਇਸ਼ਨਾਨ ਕਰਨਾ ਮਨ ਪਵਿੱਤਰ, ਮੁੜ ਕੇ ਚੋਰੀ ਹੀ ਨਹੀਂ ਕਰੇਗਾ। ਪਰ ਚੋਰ ਮੁੜ ਕੇ ਚੋਰੀ ਕਰ ਰਿਹਾ, ਇਸ਼ਨਾਨ ਵੀ ਕਰ ਰਿਹਾ, ਚੋਰੀ ਵੀ ਕਰ ਰਿਹਾ। ਮਿਲਾਵਟ ਖੋਰ ਵੀ ਸਰੋਵਰਾਂ 'ਚ ਇਸ਼ਨਾਨ ਕਰ ਰਿਹਾ, ਅਗਲੇ ਦਿਨ ਫਿਰ ਮਿਲਾਵਟ ਕਰਦਾ। ਰਿਸ਼ਵਤ ਖੋਰ ਵੀ ਸਰੋਵਰਾਂ 'ਚ ਇਸ਼ਨਾਨ ਕਰਦਾ, ਅਗਲੇ ਦਿਨ ਫਿਰ ਰਿਸ਼ਵਤ ਲੈਂਦਾ। ਇਹਦਾ ਮਤਲਬ ਹੈ ਬਾਹਰੋਂ ਨਹਾਉਣ ਨਾਲ ਮਨ ਸਾਫ਼ ਨਹੀਂ ਹੁੰਦਾ। ਮਨ ਸਿਰ 'ਤੇ ਸਿਰ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ ਹੀ ਸਾਫ਼ ਹੁੰਦਾ। ਉਹ ਵੀ ਤਾਂ ਹੁੰਦਾ ਜੇ ਮੁੜ ਕੇ ਬੰਦਾ ਮਾੜੇ ਕੰਮ ਨਾ ਕਰੇ। ਇਹ ਨਹੀਂ ਕਿ ਮੈਂ ਬਾਣੀ ਪੜ੍ਹੀ ਵੀ ਜਾਵਾਂ ਅਤੇ ਮਾੜੇ ਨਾਲ ਕੰਮ ਵੀ ਕਰੀ ਜਾਵਾਂ, ਨਾਮ ਵੀ ਜਪੀ ਜਾਵਾਂ ਅਤੇ ਮਾੜੇ ਕੰਮ ਵੀ ਕਰੀ ਜਾਵਾਂ। ਇਸ ਤਰ੍ਹਾਂ ਮੇਰਾ ਮਨ ਕਦੇ ਵੀ ਸਾਫ਼ ਨਹੀਂ ਹੋਏਗਾ। ਅਤੇ ਜਿੰਨਾ ਚਿਰ ਮਨ ਨਹੀਂ ਸਾਫ਼ ਹੁੰਦਾ, ਉਨਾ ਚਿਰ ਪਰਮਾਤਮਾ ਨਹੀਂ ਮਿਲਦਾ, ਭਾਵੇਂ ਕਿੰਨੇ ਜਨਮ ਲੱਗ ਜਾਣ। ਸੋ ਇੱਥੇ ਸਮੇਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ ਮੈਂ ਇੰਨੇ ਸਾਲਾਂ ਤੋਂ ਲੱਗਾ ਹੋਇਆ। ਮਹਾਨਤਾ ਇਸ ਗੱਲ ਦੀ ਹੈ ਕਿ ਜਦ ਤੂੰ ਬਾਣੀ ਪੜ੍ਹਦਾ, ਨਾਮ ਜਪਦਾ, ਫਿਰ ਤੂੰ ਮਾੜਾ ਕੰਮ ਤਾਂ ਨਹੀਂ ਕੋਈ ਕਰਦਾ। ਅਤੇ ਜੇ ਕਰਦਾ ਤਾਂ ਠੀਕ ਹੈ, ਲੱਗਾ ਰਹੇ। ਅਜੇ ਨਹੀਂ ਗੱਲ ਬਣੇਗੀ ਫਿਰ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਿਰਮਲ ਬਾਣੀ ਹਰ ਸਾ ਲਾਹੀ, ਜਪ ਹਰ ਨਿਰਮਲ ਮੈਲ ਗਵਾਵਣੇ। ਨਿਰਮਲ ਬਾਣੀ ਦੇ ਰਾਹੀਂ ਹਰੀ ਦੀ ਸਿਫਤ ਸਲਾਹ ਕਰਕੇ ਅਤੇ ਪਰਮਾਤਮਾ ਦਾ ਨਾਮ ਜਪ ਕੇ, ਜੋ ਕਿ ਨਿਰਮਲ ਹੈ, ਮੈਲ ਗਵਾਵਣੇ। ਇਹ ਸਾਰੀ ਮੈਲ ਅੰਦਰੋਂ ਖਤਮ ਹੋ ਜਾਂਦੀ ਹੈ। ਹੋਂ ਵਾਰੀ ਜੀਓ ਵਾਰੀ, ਸੁਖ ਦਾਤਾ ਮਨ ਵਸਾਵਣੇ। ਪਰਮਾਤਮਾ ਨੂੰ ਸੁਖ ਦਾਤਾ ਕਿਹਾ ਹੈ। ਬੰਦਾ ਤਾਂ ਦੁੱਖ ਦਾਤਾ ਵੀ ਹੁੰਦਾ, ਬੰਦਾ ਲੋਕਾਂ ਨੂੰ ਦੁੱਖ ਵੀ ਦਿੰਦਾ ਹੈ। ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ। ਕਈ ਵਾਰ ਕਹਿੰਦਾ ਰੱਬ ਪਤਾ ਨਹੀਂ ਮੇਰੇ ਤੋਂ ਕਿਹੜੇ ਜਨਮਾਂ ਦਾ ਬਦਲਾ ਲੈ ਰਿਹਾ। ਰੱਬ ਕਿਸੇ ਤੋਂ ਕੋਈ ਬਦਲਾ ਨਹੀਂ ਲੈਂਦਾ। ਉਹ ਕਹਿੰਦਾ ਕਰੀ ਜਾਓ, ਭਰੀ ਜਾਓ। ਬਸ ਤੁਹਾਨੂੰ ਕਰਨ ਦੀ ਖੁੱਲ੍ਹ ਹੈ। ਅਤੇ ਜੋ ਤੁਸੀਂ ਚੰਗਾ ਜਾਂ ਮੰਦਾ ਕਰ ਲਓਗੇ, ਫਿਰ ਉਹਨੂੰ ਤੁਹਾਨੂੰ ਭਰਨਾ ਵੀ ਪੈਣਾ। ਉਹ 'ਚ ਖੁੱਲ੍ਹ ਨਹੀਂ ਹੈ ਕਿ ਮਰਜ਼ੀ ਭਰੋ, ਮਰਜ਼ੀ ਨਾ ਭਰੋ। ਨਾ, ਕਰਮ ਕਰਨ 'ਚ ਮਨੁੱਖ ਨੂੰ ਖੁੱਲ੍ਹ ਹੈ, ਜਿਹੜਾ ਮਰਜ਼ੀ ਕਰ ਲੈ। ਪਰ ਉਹਦਾ ਫਲ ਜਦੋਂ ਭੋਗਣਾ ਪੈਂਦਾ, ਉਹ ਭੋਗਣਾ ਹੀ ਭੋਗਣਾ ਪੈਂਦਾ। ਉਹ 'ਤੇ ਆਪਣੀ ਮਰਜ਼ੀ ਨਹੀਂ ਚੱਲੇਗੀ। ਇਸ ਲਈ ਪਰਮਾਤਮਾ ਕਿਸੇ ਤੋਂ ਕੋਈ ਬਦਲਾ ਨਹੀਂ ਲੈਂਦਾ। ਉਹ ਤਾਂ ਸਾਡੇ ਕਰਮ ਵੇਖਦਾ ਹੈ ਅਤੇ ਫਿਰ ਸਾਡੀ ਕਿਸਮਤ ਲਿਖ ਦਿੰਦਾ ਹੈ। ਕਿਸੇ ਦੀ ਚੰਗੀ ਲਿਖਤੀ, ਕਿਸੇ ਦੀ ਮਾੜੀ ਲਿਖਤੀ, ਕਿਸੇ ਦੀ ਅਮੀਰੀ ਲਿਖਤੀ, ਕਿਸੇ ਦੀ ਗਰੀਬੀ ਲਿਖਤੀ, ਕਿਸੇ ਦੇ ਬਹੁਤੇ ਜਵਾਕ ਲਿਖਤੇ, ਕਿਤੇ ਕੋਈ ਵੀ ਨਹੀਂ ਲਿਖਿਆ। ਜਿਹਦੇ ਨਹੀਂ ਲਿਖਿਆ ਨਹੀਂ, ਬਸ। ਇਸ ਲਈ ਪਰਮਾਤਮਾ ਹੈ ਸੁਖ ਦਾਤਾ ਮਨ ਵਸਾਵਰ। ਜਿਹੜਾ ਪਰਮਾਤਮਾ ਜੋ ਸੁਖ ਦਾਤਾ ਨੂੰ ਮਨ 'ਚ ਵਸਾ ਲੈਂਦਾ ਨਾ, ਗੁਰੂ ਮਹਾਰਾਜ ਹੋਂ ਵਾਰੀ ਜੀਓ ਵਾਰੀ, ਉਸ ਤੋਂ ਆਪਣੀ ਮੈਂ ਜਿੰਦ ਵਾਰਦਾ ਹਾਂ। ਮੈਂ ਉਸ ਤੋਂ ਸਦਕੇ ਜਾਂਦਾ, ਮੈਂ ਉਸ ਤੋਂ ਵਾਰਨੇ ਜਾਂਦਾ ਹਾਂ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਜਿਹੜਾ ਪਰਮਾਤਮਾ ਨੂੰ ਮਨ 'ਚ ਵਸਾ ਲੈਂਦਾ।
ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣੇ। ਹਰ ਨਿਰਮਲ, ਪਰਮਾਤਮਾ ਨਿਰਮਲ ਹੈ। ਗੁਰ ਸ਼ਬਦ ਸਲਾਹੀ, ਉਹ ਗੁਰੂ ਦੇ ਸ਼ਬਦ ਰਾਹੀਂ ਮੈਂ ਉਹਦੀ ਸਿਫਤ ਸਲਾਹ ਕਰਦਾ ਹਾਂ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਨੇ ਸ਼ਬਦ ਦਿੱਤਾ ਵਾਹਿਗੁਰੂ, ਗੁਰੂ ਦੇ ਸ਼ਬਦ ਬਾਣੀ। ਬਾਣੀ ਪੜ੍ਹਨਾ ਵੀ ਪਰਮਾਤਮਾ ਦੀ ਸਿਫਤ ਸਲਾਹ ਹੈ, ਅਤੇ ਵਾਹਿਗੁਰੂ ਵਹਿਰੂ ਕਰਨਾ ਵੀ ਉਹਦੀ ਸਿਫਤ ਸਲਾਹ ਹੈ। ਉਹਦੀ ਕਿਸੇ ਵਡਿਆਈ ਦੀ ਚਰਚਾ ਕਰਨਾ ਵੀ ਉਹਦੀ ਸਿਫਤ ਸਲਾਹ ਹੈ। ਸੋ ਪਰਮਾਤਮਾ ਨਿਰਮਲ ਹੈ। ਗੁਰੂ ਦੇ ਸ਼ਬਦ ਰਾਹੀਂ ਉਸ ਨੂੰ ਮੈਂ ਸਲਾਹੁੰਦਾ ਹਾਂ। ਸ਼ਬਦੋ ਸੁਣ ਤਿਸਾ ਮਿਟਾਵਣੇ, ਉਹ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਤਿਸਾ ਦੀ ਤ੍ਰੇ ਪਿਆਸ ਭਾਵ ਤ੍ਰਿਸ਼ਨਾ, ਫਿਰ ਨਾਮ ਸੁਣ ਕੇ ਨਾਮ ਜਪਿਆ ਜਾ ਰਿਹਾ। ਅਗਰ ਉਹ ਕੰਨਾਂ ਨਾਲ ਨਹੀਂ ਸੁਣਿਆ ਜਾ ਰਿਹਾ, ਉਹ ਐਵੇਂ ਚਲੇ ਜਾਂਦਾ। ਉਹ ਤਾਂ ਗੱਲ ਹੈ, ਇੱਕ ਕੰਨੋਂ ਸੁਣਿਆ ਦੂਜੇ ਕੰਨੋਂ ਕੱਢਤਾ। ਨਾਮ ਜਪਣ ਨਾਲ ਨਹੀਂ ਗੱਲ ਬਣਦੀ, ਨਾਮ ਸੁਣਨ ਨਾਲ ਗੱਲ ਬਣਦੀ। ਫਿਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਕਿਸ ਨੂੰ ਕੰਨਾਂ ਨਾਲ ਸੁਣ ਰਹੇ ਹੋ? ਤੁਹਾਡਾ ਧਿਆਨ ਕਿਤੇ ਬਾਜ਼ਾਰ 'ਚ ਨਹੀਂ ਗਿਆ। ਤੁਸੀਂ ਬਾਣੀ ਪੜ੍ਹ ਰਹੇ ਹੋ, ਕੀ ਬਾਣੀ ਨੂੰ ਕੰਨਾਂ ਨਾਲ ਸੁਣ ਰਹੇ ਹੋ? ਸੁਣਨ ਦੀ ਜ਼ਿਆਦਾ ਮਹਾਨਤਾ। ਦੋ ਦੀ ਮਹਾਨਤਾ ਗੁਰਬਾਣੀ ਦੱਸੀ, ਇੱਕ ਸੁਣਨ ਦੀ ਅਤੇ ਇੱਕ ਮੰਨਣ ਦੀ। ਜਿੰਨੀ ਸੁਣਨ ਅਤੇ ਮੰਨਣ ਦੀ ਮਹਾਨਤਾ, ਇੰਨੀ ਪੜ੍ਹਨ ਦੀ ਨਹੀਂ ਹੈਗੀ। ਠੀਕ ਹੋ ਜੀ, ਸਾਨੂੰ ਹੁਕਮ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ। ਹੇ ਇਨਸਾਨ, ਤੋਂ ਬਾਣੀ ਸੁਣਨ ਅਤੇ ਪੜ੍ਹਨ ਆਇਆ ਹਾਂ। ਪਰ ਦੁਨੀਆ ਬਾਣੀ ਪੜ੍ਹਦੀ ਹੈ, ਸੁਣਦੀ ਘੱਟ ਹੀ ਹੈ, ਸੁਣਦੀ ਘੱਟ। ਇਸ ਲਈ ਬਾਣੀ ਸਮਝ ਹੀ ਨਹੀਂ ਆਉਂਦੀ ਲੋਕਾਂ ਨੂੰ ਕੀ ਕਹਿ ਰਹੀ ਹੈ। ਜੋ ਪੜ੍ਹ ਰਹੇ ਉਸ ਨੂੰ ਕੰਨਾਂ ਨਾਲ ਸੁਣਾਂਗੇ ਤਾਂ ਹੀ ਜਾ ਕੇ ਸਾਡੀ ਕੋਈ ਗੱਲ ਬਣਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਨਾ, ਉਹਦੀ ਸਿਫਤ ਸਲਾਹ ਨੂੰ ਸੁਣ ਕੇ ਅੰਦਰ ਜਿਹੜੇ ਤ੍ਰਿਸ਼ਨਾਵਾਂ ਨੇ ਉਹ ਮਿਟ ਜਾਂਦੀਆਂ ਹਨ। ਰਹਾਓ, ਨਿਰਮਲ ਨਾ ਵਸਿਆ ਮਨ ਆਏ, ਮਨ ਤਾਂ ਨਿਰਮਲ ਮਾਇਆ ਮੋਹ ਗਵਾਏ। ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਿਜਾਵਣੇ। ਕਹਿੰਦੇ ਨਿਰਮਲ ਨਾ ਵਸਿਆ ਮਨ ਆਏ, ਜਿਸ ਦੇ ਮਨ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਵਸ ਜਾਂਦਾ ਨਾ, ਮਨ ਤਾਂ ਨਿਰਮਲ, ਉਹਦਾ ਮਨ ਅਤੇ ਤਨ ਨਿਰਮਲ ਹੋ ਜਾਂਦਾ ਹੈ। ਮਾਇਆ ਮੋਹ ਗਵਾਏ, ਉਹ ਆਪਣੇ ਅੰਦਰ ਮਾਇਆ ਦਾ ਮੋਹ ਖਤਮ ਕਰ ਲੈਂਦਾ ਕਿ ਮਨ ਨਿਰਮਲ ਹੋ ਗਿਆ। ਮਨ ਨਿਰਮਲ ਹੋ ਗਿਆ ਹੈ, ਹੁਣ ਉਹ ਮਾਇਆ ਦਾ ਮੋਹ ਦੀ ਰਹੀ ਨਹੀਂ। ਉਹ ਕਿਰਤ ਕਰਦਾ, ਬਸ ਜੋ ਮਿਲ ਗਈ ਠੀਕ ਹੈ। ਉਹਦੇ 'ਤੇ ਮਾਇਆ ਦਾ ਮੋਹ ਨਹੀਂ ਹੁੰਦਾ, ਹੋਰ ਚਾਹੀਦਾ ਹੋਰ ਚਾਹੀਦਾ। ਇਹ ਜਿਹੜਾ ਮੋਹ ਹੈ, ਇਹੀ ਮਨੁੱਖ ਤੋਂ ਫਿਰ ਗਲਤ ਕੰਮ ਕਰਵਾਉਂਦਾ ਹੈ। ਇਸ ਲਈ ਕਹਿੰਦੇ ਜਦੋਂ ਇਹ ਪਰਮਾਤਮਾ ਦਾ ਨਿਰਮਲ ਨਾਮ ਮਨ ਅਤੇ ਤਨ 'ਚ ਵਸ ਜਾਂਦਾ ਹੈ, ਮਾਇਆ ਮੋਹ ਗਵਾਏ, ਫਿਰ ਉਹਦੇ ਅੰਦਰ ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ। ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਜਦੋਂ ਅੰਦਰ ਮਾਇਆ ਦਾ ਮੋਹ ਖਤਮ ਹੋ ਗਿਆ, ਮਨ ਨਿਰਮਲ ਹੋ ਗਿਆ, ਫਿਰ ਕੀ ਕਰਦਾ? ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਸਾਚੇ ਕੇ ਪਰਮਾਤਮਾ ਦੇ। ਨਿਤ ਮੈਨੇ ਹਮੇਸ਼ਾ, ਉਹ ਫਿਰ ਹਮੇਸ਼ਾ ਪਰਮਾਤਮਾ ਦੇ ਪਵਿੱਤਰ ਗੁਣ ਗਾਉਂਦਾ ਹੈ। ਉਹ ਪਰਮਾਤਮਾ ਪਵਿੱਤਰ ਗੁਣ ਹਮੇਸ਼ਾ ਗੁਣ ਗਾਉਂਦਾ ਰਹਿੰਦਾ। ਨਿਰਮਲ ਨਾਦ ਵਜਾਵਣੇ, ਅਤੇ ਉਹਦੇ ਅੰਦਰ ਰੱਬੀ ਨਾਦ, ਰੱਬੀ ਸੰਗੀਤ ਵੱਜਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਅੰਦਰ ਜਿਹੜਾ ਨਾਦ ਹੈ, ਸੰਗੀਤ ਹੈ, ਉਹ ਆਪਣੇ ਆਪ ਵੱਜਣਾ ਸ਼ੁਰੂ ਹੋ ਜਾਂਦਾ। ਅੰਦਰ ਬਾਣੀ ਤਾਂ ਵੱਜ ਹੀ ਰਹੀ ਹੈ, ਅੰਦਰ ਨਾਮ ਤਾਂ ਵੱਜ ਹੀ ਰਿਹਾ ਹੈ, ਅੰਦਰ ਬਾਣੀ ਬੋਲੀ ਜਾ ਰਹੀ ਹੈ, ਅੰਦਰ ਨਾਮ ਜਪਿਆ ਜਾ ਰਿਹਾ ਆਪਣੇ ਆਪ ਹੀ। ਹੁਣ ਕਹਿੰਦੇ ਅਨਹਦ ਨਾਦ। ਸੋ ਉਹਦੇ ਅੰਦਰ ਜਿਹੜਾ ਹੈ ਇਹ ਨਿਰਮਲ ਨਾਦ ਪਾ ਅਨਹਦ ਨਾਦ ਵੱਜਣਾ ਸ਼ੁਰੂ ਹੋ ਜਾਂਦਾ।
ਕਿਉਂਕਿ ਸਾਡਾ ਜੇ ਮਨ ਨਿਰਮਲ ਨਹੀਂ, ਇਸ ਲਈ ਉਹ ਸਾਨੂੰ ਸੁਣਦਾ ਨਹੀਂ ਹੈ। ਅਨਹਦ ਨਾਦ ਰੱਬੀ ਸੰਗੀਤ ਹਰ ਇੱਕ ਦੇ ਅੰਦਰ ਵੱਜ ਰਿਹਾ ਹੈ, ਪਰ ਸੁਣਦਾ ਕਿਹਨੂੰ ਹੈ? ਜਿਹਦਾ ਮਨ ਪਵਿੱਤਰ ਹੋ ਜਾਵੇਗਾ। ਹਰ ਪ੍ਰਕਾਰ ਦੇ ਔਗਣਾਂ ਦੇ ਜੋ ਅਸੀਂ ਰਹਿਤ ਹੋ ਜਾਵਾਂਗੇ, ਫਿਰ ਜਾ ਕੇ ਗੱਲ ਬਣਦੀ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਹਾਹਤ ਟਿੱਪੀ, ਵਿੱਚੋਂ ਆਪ ਮੂਆ ਤਿੱਥੈ ਵੋ ਨਾ ਮਾਇਆ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜਦੋਂ ਮਨੁੱਖ ਇਸ ਪਵਿੱਤਰ ਬਾਣੀ ਨਿਰਮਲ ਬਾਣੀ ਮਨ ਵਸਾਵਣਿਆ, ਜਦੋਂ ਮਨੁੱਖ ਇਸ ਪਵਿੱਤਰ ਬਾਣੀ ਨੂੰ ਮਨ 'ਚ ਵਸਾ ਲੈਂਦਾ ਹੈ, ਫਿਰ ਉਹਨੂੰ ਨਿਰਮਲ ਗਿਆਨ ਨਿਰਮਲ ਧਿਆਨ ਪ੍ਰਾਪਤ ਹੋ ਜਾਂਦਾ ਹੈ। ਅਤੇ ਹੋਰ ਕੀ ਮਿਲਦਾ? ਨਿਰਮਲ ਅੰਮ੍ਰਿਤ ਗੁਰ ਤੇ ਪਾਇਆ। ਇਹ ਪਵਿੱਤਰ ਨਾਮ ਜਿਹੜਾ ਹੈ, ਅੰਮ੍ਰਿਤ ਭਾਵ ਨਾਮ, ਇਹ ਪਵਿੱਤਰ ਨਾਮ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਜਿਹਨੂੰ ਇਹ ਨਾਮ ਪ੍ਰਾਪਤ ਹੋ ਜਾਂਦਾ ਹੈ, ਵਿੱਚੋਂ ਆਪ ਮੂਆ, ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਆਪ ਮਨੇ ਹਉਮੈ, ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਅਤੇ ਜਦੋਂ ਹਉਮੈ ਖਤਮ ਹੁੰਦੀ ਹੈ, ਤਿੱਥੈ ਮੋਹ ਨਾ ਮਾਇਆ, ਉੱਥੇ ਮਾਇਆ ਦਾ ਮੋਹ ਹੀ ਨਹੀਂ ਹੁੰਦਾ, ਉਹਦੇ ਵਿੱਚ ਮਾਇਆ ਦਾ ਮੋਹ ਹੀ ਨਹੀਂ ਰਹਿੰਦਾ। ਫਿਰ ਉਹਦਾ ਕੀ ਹੁੰਦਾ? ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣੀ। ਜਿਹੜਾ ਇਸ ਪਵਿੱਤਰ ਬਾਣੀ ਨੂੰ ਮਨ 'ਚ ਵਸਾ ਲੈਂਦਾ ਹੈ, ਉਹਦਾ ਗਿਆਨ ਵੀ ਨਿਰਮਲ, ਉਹਦਾ ਧਿਆਨ ਵੀ ਨਿਰਮਲ। ਪਵਿੱਤਰ ਗਿਆਨ ਅਤੇ ਪਵਿੱਤਰ ਧਿਆਨ ਹੋ ਜਾਂਦਾ ਹੈ। ਸਾਡਾ ਧਿਆਨ ਤਾਂ ਮਾੜੇ ਪਾਸੇ ਵੀ ਲੱਗ ਸਕਦਾ ਹੈ, ਪਰ ਨਹੀਂ, ਜਿਹਦੇ ਅੰਦਰੋਂ ਮੈਲ ਲੱਗੇ ਤਾਂ ਧਿਆਨ ਮਾੜੇ ਪਾਸੇ ਜਾਂਦੇ ਹੀ ਨਹੀਂ। ਕਿਉਂਕਿ ਜਿਹੋ ਜਿਹੇ ਅਸੀਂ ਅੰਦਰੋਂ ਹਾਂ, ਉਹੋ ਜਿਹਾ ਸਾਨੂੰ ਬਾਹਰੋਂ ਸੰਸਾਰ ਚਾਹੀਦਾ, ਉਹ ਚੰਗਾ ਲੱਗਦਾ। ਜਿਹੋ ਜਿਹੇ ਅੰਦਰੋਂ ਨਹੀਂ ਹਾਂ ਅਸੀਂ, ਫਿਰ ਜੇ ਹੁਣ ਅਸੀਂ ਉਹੋ ਜਿਹੇ ਹੈ ਹੀ ਨਹੀਂ, ਫਿਰ ਉਹੋ ਜਿਹਾ ਸੰਸਾਰ ਨਹੀਂ ਮਿਲੇਗਾ। ਕਹਿੰਦੇ ਉੜਤੇ ਕੋ ਉੜਤਾ ਮਿਲੇ। ਉੱਡਣ ਵਾਲਾ ਜਾਨਵਰ ਨੂੰ ਉੱਡਣ ਵਾਲੇ ਮਿਲ ਸਕਦਾ ਹੈ। ਇੱਕ ਜਾਨਵਰ ਕੀੜਾ ਹੈ ਜੋ ਰਸ ਆਪੋ ਧਰਤੀ 'ਤੇ ਤੁਰਿਆ, ਉਹਦਾ ਅਤੇ ਜਿਹੜੇ ਆਕਾਸ਼ 'ਚ ਉੱਡ ਰਿਹਾ, ਕੋਈ ਮੇਲ ਹੀ ਨਹੀਂ ਆਪਸ 'ਚ, ਉਹਦਾ ਆਪਸ 'ਚ ਮੇਲ ਨਹੀਂ। ਤੁਸੀਂ ਕਦੇ ਵੀ ਸ਼ਾਮ ਨੂੰ ਛੱਤ 'ਤੇ ਚੜ੍ਹ ਕੇ ਦੇਖੇ, ਜੋ ਦਿਨ ਦਾ ਛਿਪਾ ਹੁੰਦਾ ਹੈ, ਮੰਜੀ ਡਾ ਕੇ ਮੂੰਹ ਉੱਪਰ ਨੂੰ ਕਰ ਲਓ ਆਕਾਸ਼ ਵੱਲ, ਤੁਹਾਨੂੰ ਜਾਨਵਰਾਂ ਦੀ ਡਾਰਾਂ ਜਾਂਦੀਆਂ ਵਿਖਾਈ ਦੇਣਗੀਆਂ। ਜੇ ਕਾਂ ਜਾ ਰਹੇ ਨੇ, ਇਕੱਲੇ ਕਾਂ ਹੀ ਜਾ ਰਹੇ ਨੇ, ਉਸ ਡਾਰ ਦੇ ਚਿੜੀਆਂ ਨਹੀਂ ਹੈਗੀਆਂ। ਜੇ ਤੋਤੇ ਜਾ ਰਹੇ ਨੇ ਤਾਂ ਇਕੱਲੇ ਤੋਤੇ ਹੀ ਜਾ ਰਹੇ ਨੇ, ਉਹ 'ਚ ਕਾਂ ਨਹੀਂ ਹੈਗੇ। ਅਤੇ ਜੇ ਹੋਰ ਕੋਈ ਜਾਨਵਰ ਉੱਡੇ ਜਾ ਰਹੇ ਨੇ, ਉਹ ਉਸੇ ਪ੍ਰਕਾਰ ਦੇ ਹੁੰਦੇ ਨੇ, ਦੋ ਪ੍ਰਕਾਰ ਦੇ ਨਹੀਂ ਉੱਡਿਆ ਕਰਦੇ। ਜਿਹੋ ਜਿਹਾ ਸੁਭਾਅ ਹੁੰਦਾ, ਸਿਰਫ ਉਹੀ ਉਸੇ ਤਰ੍ਹਾਂ ਦੇ ਲੋਕ ਇਕੱਠੇ ਹੁੰਦੇ ਨੇ। ਸਤ ਸੰਗੀਆਂ ਦਾ ਸੁਭਾਅ ਹੋਰ ਹੁੰਦਾ ਹੈ, ਕੁਸੰਗੀਆਂ ਦਾ ਸੁਭਾਅ ਹੋਰ ਹੁੰਦਾ। ਜੇ ਕੁਸੰਗੀ ਸਤ ਸੰਗਤ ਵਿੱਚ ਆ ਜਾਵੇ, ਕਿਸੇ ਨੂੰ ਚੰਗੀ ਵੀ ਨਹੀਂ ਲੱਗਦੀ ਉਹਨੂੰ, ਕਿਉਂਕਿ ਜਿਹੜੀ ਗੱਲ ਸਤ ਸੰਗਤ 'ਚ ਹੋ ਰਹੀ, ਉਹਦੇ ਸੁਭਾਅ ਅਨੁਸਾਰ ਹੀ ਨਹੀਂ ਹੋ ਰਹੀ, ਉਹ ਇਸ ਨੂੰ ਚੰਗੀ ਲੱਗਦੀ। ਉਹ ਕਹਿੰਦੇ ਕਦੋਂ ਮੁੱਕੇ ਤੇ ਘਰ ਚੱਲੀਏ। ਜੇ ਕਿਤੇ ਸਤ ਸੰਗੀ ਅਚਾਨਕ ਕੁਸੰਗਤ 'ਚ ਰਹਿ ਜਾਵੇ, ਉਦੋਂ ਉੱਥੇ ਨਹੀਂ ਜੀਅ ਲੱਗਦਾ ਕਿ ਕਦੋਂ ਇੱਥੋਂ ਜਾਈਏ। ਹਰ ਇਨਸਾਨ ਨੂੰ ਆਪਣੇ ਵਰਗੇ ਹੀ ਦੂਜੇ ਲੋਕ ਪਿਆਰੇ ਲੱਗਦੇ ਹਨ, ਉਹ ਚਾਹੇ ਚੰਗੇ ਨੇ ਚਾਹੇ ਮੰਦੇ ਨੇ। ਜੇ ਅਸੀਂ ਮੰਦੇ ਹਾਂ ਤਾਂ ਸਾਨੂੰ ਮੰਦੇ ਬੰਦੇ ਚੰਗੇ ਲੱਗਣਗੇ, ਜੇ ਅਸੀਂ ਚੰਗੇ ਹਾਂ ਤਾਂ ਸਾਨੂੰ ਚੰਗੇ ਲੋਕ ਚੰਗੇ ਲੱਗਣਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹਾਂਜੀ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ। ਕਹਿੰਦੇ ਜਿਹੜਾ ਨਿਰਮਲ ਨੂੰ ਸੇਵੇ ਤਾਂ ਪਵ ਸਿਮਰਨ ਕਰਦਾ,
ਜਿਹੜਾ ਨਿਰਮਲ ਦੀ ਸੇਵਾ ਕਰਦਾ ਹੈ ਜਾਂ ਸਿਮਰਨ ਕਰਦਾ ਹੈ ਸੋ ਨਿਰਮਲ ਹੋਵੇ, ਉਹ ਨਿਰਮਲ ਹੋ ਜਾਂਦਾ ਹੈ। ਕਹਾਵਤ ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹਦੀ ਮਨੁੱਖ ਸੇਵਾ ਕਰਦਾ ਰਹਿੰਦਾ ਆਪ ਵੀ ਉਹੋ ਜਿਹੇ ਹੋ ਜਾਂਦਾ, ਉਹੋ ਜਿਹੇ ਹੋ ਜਾਂਦਾ। ਉਸ ਜਿਹਦੀ ਸੇਵਾ ਕਰੇ ਉਹਦੇ ਵਾਲੇ ਗੁਣ ਔਗਣ ਦੇ ਵਿੱਚ ਪੈਦਾ ਹੋ ਜਾਂਦੇ ਹਨ। ਹੁਣ ਪਰਮਾਤਮਾ ਹੈਗਾ ਨਿਰਮਲ, ਇਸ ਲਈ ਜਿਹੜਾ ਪਵਿੱਤਰ ਪਰਮਾਤਮਾ ਦੀ ਸੇਵਾ ਕਰਦਾ ਹੈ ਉਹ ਵੀ ਪਵਿੱਤਰ ਹੋ ਜਾਂਦਾ ਹੈ। ਸੋ ਇਸ ਲਈ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ। ਜਿਹੜਾ ਪਵਿੱਤਰ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਆਪ ਵੀ ਪਵਿੱਤਰ ਹੋ ਜਾਂਦਾ ਹੈ। ਹਉਮੈ ਮੈਲ ਗੁਰ ਸ਼ਬਦੇ ਧੋਵੈ। ਅੰਦਰ ਜੋ ਹਉਮੈ ਦੀ ਮੈਲ ਲੱਗੀ ਹੈ ਗੁਰੂ ਦੇ ਦਿੱਤੇ ਸ਼ਬਦ ਨਾਲ ਉਸ ਨੂੰ ਧੋ ਲੈਂਦਾ ਹੈ। ਗੁਰੂ ਦੇ ਸ਼ਬਦ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਯਾਦ ਰੱਖਣਾ, ਇੱਕ ਹੁੰਦਾ ਪਰਮਾਤਮਾ ਦਾ ਨਾਮ, ਦੂਜਾ ਹੁੰਦਾ ਗੁਰਬਾਣੀ ਜਿਹਨੂੰ ਉਪਦੇਸ਼ ਕਹਿੰਦੇ। ਉਹ ਫਿਰ ਜੇ ਹਉਮੈ ਦੀ ਜਿਹੜੀ ਮੈਲ ਅੰਦਰ ਲੱਗੀ ਹੋਈ ਉਹ ਗੁਰੂ ਦੇ ਸ਼ਬਦ ਨਾਲ ਧੋ ਲੈਂਦਾ, ਬਾਣੀ ਨਾਲ ਨਾਮ ਨਾਲ ਉਸ ਨੂੰ ਧੋ ਲੈਂਦਾ। ਜਿਹੜੀ ਹਉਮੈ ਦੀ ਮੈਲ ਹੈ ਇਹ ਅੰਦਰ ਲੱਗਦੀ ਹੈ। ਕਈ ਮੈਲਾਂ ਨੇ ਬਾਹਰ ਲੱਗਦੀ, ਕੱਪੜੇ ਨੂੰ ਮੈਲ ਲੱਗੀ, ਸਰੀਰ ਨੂੰ ਮੈਲ ਲੱਗੀ। ਜਿਹੜੀ ਮਨ ਨੂੰ ਮੈਲ ਹੈ ਉਹ ਮਾੜੇ ਕਰਮਾਂ ਕਾਰਨ ਲੱਗਦੀ ਹੈ। ਇਸ ਲਈ ਕਹਿੰਦੇ ਹਉਮੈ ਕਾਰਨ ਜੋ ਮਨ ਨੂੰ ਮੈਲ ਲੱਗੀ ਨਾ ਗੁਰ ਸ਼ਬਦੇ ਧੋਵੈ, ਉਹ ਗੁਰੂ ਦੇ ਸ਼ਬਦ ਰਾਹੀਂ, ਬਾਣੀ ਰਾਹੀਂ, ਨਾਮ ਰਾਹੀਂ ਉਹਨੂੰ ਧੋ ਲੈਂਦਾ ਹੈ। ਨਿਰਮਲ ਵਾਜੈ ਅਨਹਦ ਧੋਣ ਬਾਣੀ, ਨਿਰਮਲ ਵਾਜੈ ਅਨਹਦ ਧੋਣ ਬਾਣੀ, ਦਰ ਸੱਚੈ ਸੋਭਾ ਪਾਵਨੀ। ਜਿਹਦੇ ਅੰਦਰ ਉਹ ਪਵਿੱਤਰ ਅਨਹਦ ਨਾਦ ਵੱਜਣਾ ਸ਼ੁਰੂ ਹੋ ਜਾਂਦਾ ਹੈ, ਅੰਦਰੋਂ ਬਾਣੀ ਦੀ ਧੁਨੀ ਸੁਣਾਈ ਦਿੰਦੀ ਹੈ ਆਪਣੇ ਆਪ, ਕਿਉਂਕਿ ਬਾਣੀ ਦੇ ਅੰਦਰ ਚੱਲ ਹੀ ਰਹੀ ਹੈ। ਸਾਡਾ ਧਿਆਨ ਇੱਧਰ ਉੱਧਰ ਹੋਣ ਕਰਕੇ ਉਹਨੂੰ ਸੁਣਦਾ ਨਹੀਂ ਸਾਨੂੰ। ਉਹਦੇ ਅੰਦਰ ਪਵਿੱਤਰ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ। ਅਨਹਦ ਹੁੰਦੇ ਆਪਣੇ ਆਪ ਵੱਜਣ ਵਾਲੇ, ਉਹ 'ਚ ਕੋਈ ਵਜਾਉਣ ਵਾਲਾ ਨਹੀਂ ਹੈਗਾ। ਉੱਥੇ ਆਪਣੇ ਆਪ ਹੀ ਸੱਚਖੰਡ ਦੇ ਵਿੱਚ ਆਪਣੇ ਆਪ ਹੀ ਨਾਮ ਦੀ ਧੁਨ ਚੱਲਦੀ ਰਹਿੰਦੀ ਹੈ। ਫਿਰ ਜਿਹਦੇ ਅੰਦਰ ਇਹ ਨਾਮ ਬਾਣੀ ਦੀ ਧੁਨ ਚੱਲ ਪੈਂਦੀ ਹੈ, ਦਰ ਸੱਚੈ ਸੋਭਾ ਪਾਵਨ, ਉਹ ਫਿਰ ਪਰਮਾਤਮਾ ਦੇ ਦਰ 'ਚ ਜਾ ਕੇ ਵਡਿਆਈ ਪ੍ਰਾਪਤ ਕਰਦੇ ਹਨ। ਉਹਨਾਂ ਨੂੰ ਉੱਥੇ ਵਡਿਆਈ ਮਿਲਦੀ ਹੈ। ਹਾਂ ਭਾਈ ਤੁਸੀਂ ਨਾਮ ਜਪ ਕੇ ਆਏ ਹੋ, ਤੁਸੀਂ ਅਨਹਦ ਨਾਦ ਸੁਣ ਕੇ ਆਏ ਹੋ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਵਡਭਾਗੇ, ਨਿਰਮਲ ਨਾਮ ਸੁਹਾਵਣੇ। ਕਿ ਜੋ ਨਿਰਮਲ ਸੇਵੇ, ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਨਿਰਮਲ ਹੈ, ਜਿਹੜਾ ਵੀ ਉਹਦਾ ਨਾਮ ਜਪੇਗਾ ਉਹ ਵੀ ਨਿਰਮਲ ਹੋ ਜਾਏਗਾ। ਕਿਉਂਕਿ ਸਾਫ਼ ਨੇ ਸਾਨੂੰ ਸਾਫ਼ ਕਰਨਾ, ਗੰਦੇ ਨੇ ਸਾਨੂੰ ਗੰਦਾ ਕਰਨਾ। ਕਹਾਵਤ ਹੈ ਲਿਬੜੀ ਮੱਝ ਦੂਜਿਆਂ ਨੂੰ ਵੀ ਲਬੇੜਦੀ ਹੈ। ਕਿਆ ਸਾਡੇ ਲਿਬੜੀ ਮੱਝ ਦੂਜਿਆਂ ਨੂੰ ਵੀ ਲਬੇੜਦੀ ਹੈ। ਇੱਕ ਮੱਝ ਨੇ ਗੋਹਾ ਕੀਤਾ, ਉਹ ਆਪ ਲਿਬੜ ਗਈ ਹੈ, ਉਹਦੀ ਪੂਛ ਵੀ ਲਿਬੜ ਗਈ ਹੈ। ਦੂਜੀ ਕੋਲੋਂ ਮੱਝ ਨਹਾ ਧੋ ਕੇ ਲੰਘਦੀ ਹੈ, ਉਹ ਜਿਹੜੀ ਲਿਬੜੀ ਹੋਈ ਮੱਝ ਹੈ ਉਹਨੂੰ ਗੰਦੀ ਪੂਛ ਮਾਰੇਗੀ, ਉਹਨੂੰ ਵੀ ਲਬੇੜ ਦੇਗੀ, ਉਸ ਨੂੰ ਲਬੇੜ ਦੇਗੀ। ਤਾਂ ਹੀ ਕਿ ਲਿਬੜੀ ਮੱਝ ਦੂਜਿਆਂ ਨੂੰ ਲਬੇੜਦੀ ਹੈ। ਭੈੜਾ ਬੰਦਾ ਦੂਜਿਆਂ ਨੂੰ ਵੀ ਭੈੜਾ ਬਣਾਉਂਦਾ ਹੈ। ਸ਼ਰਾਬੀ ਬੰਦਾ ਦੂਜਿਆਂ ਨੂੰ ਵੀ ਸ਼ਰਾਬੀ ਬਣਾਉਂਦਾ ਹੈ। ਚੋਰ ਦੂਜਿਆਂ ਨੂੰ ਚੋਰ ਬਣਾਉਂਦਾ ਹੈ। ਡਾਕੂ ਵੀ ਦੂਜਿਆਂ ਨੂੰ ਡਾਕੂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਹਰ ਬੰਦੇ ਦੀ ਫਿਤਰਤ ਹੈ, ਆਦਤ ਹੈ ਕਿ ਉਹ ਜਿਹੋ ਜਿਹਾ ਹੈ ਦੂਜੇ ਵੀ ਉਹੋ ਜਿਹੇ ਹੋਣ। ਦੂਜਿਆਂ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਜੇ ਭਾਈ ਕੋਲ ਰਾਜ ਭਾਗ ਹੋਵੇ ਫਿਰ ਡੰਡੇ ਦੇ ਜ਼ੋਰ ਨਾਲ ਵੀ ਬਣਾ ਲੈਂਦਾ, ਫਿਰ ਡੰਡੇ ਦੇ ਜ਼ੋਰ ਨਾਲ ਬਣਾ ਲੈਂਦਾ। ਇਹ ਕੁਦਰਤੀ ਹੈ।
ਹਰ ਇਨਸਾਨ, ਮੰਨ ਲਓ ਮੈਂ ਵੈਸ਼ਨੂੰ ਹਾਂ ਤਾਂ ਮੇਰੀ ਕੋਸ਼ਿਸ਼ ਹੋਏਗੀ ਜਿਹੜਾ ਮੇਰੇ ਸੰਪਰਕ 'ਚ ਆਵੇ ਉਹ ਵੀ ਵੈਸ਼ਨੂੰ ਹੋ ਜਾਵੇ। ਮੰਨ ਲਓ ਮੈਂ ਨਾਮ ਜਪਦਾ ਤਾਂ ਜਿਹੜਾ ਮੇਰੇ ਸੰਪਰਕ 'ਚ ਆਵੇਗਾ ਮੇਰੀ ਕੋਸ਼ਿਸ਼ ਹੋਏਗੀ ਇਹ ਵੀ ਨਾਮ ਜਪਣ ਲੱਗ ਜਾਵੇ। ਇਸ ਇੱਕੋ ਜਿਹੇ ਹੋ ਜਾਏਗੀ, ਕੋਈ ਦਿੱਕਤ ਨਾ ਆਵੇ। ਹੁਣ ਜਿਹੜੇ ਬੇਈਮਾਨ ਲੋਕ ਨੇ ਉਹ ਇਮਾਨਦਾਰਾਂ ਨੂੰ ਪਸੰਦ ਕਿਉਂ ਨਹੀਂ ਕਰਦੇ? ਕਿਉਂਕਿ ਉਹ ਆਪ ਇਮਾਨਦਾਰ ਹੋਣਾ ਨਹੀਂ ਚਾਹੁੰਦੇ। ਇਮਾਨਦਾਰ ਬੇਈਮਾਨ ਨਹੀਂ ਹੋਣਾ ਚਾਹੁੰਦਾ, ਇਸ ਲਈ ਉਹਨਾਂ ਦੀ ਨਿਭਦੀ ਨਹੀਂ ਹੈਗੀ। ਨਿਭਦੀ ਨਹੀਂ। ਕਈ ਮੇਰੇ ਕੋਲ ਆਉਣਗੇ, ਬਾਬਾ ਜੀ ਮੈਨੂੰ ਹੁਣ ਨੌਕਰੀ ਮਿਲ ਗਈ ਹੈ, ਜਿਹੜੀ ਨੌਕਰੀ ਮੈਨੂੰ ਮਿਲੀ ਇਸ 'ਚ ਰਿਸ਼ਵਤ ਬਹੁਤ ਚੱਲਦੀ ਹੈ ਜੀ, ਅਤੇ ਤੁਸੀਂ ਕਹਿ ਰਹੇ 10 ਨੌਂ ਦੀ ਕਿਰਤ ਕਰਨੀ ਚਾਹੀਦੀ ਹੈ। ਫਿਰ ਮੈਂ ਕੀ ਕਰਾਂ? ਮੈਂ ਕਿਹਾ ਸੁਣ, ਕੋਈ ਕੀ ਕਰਦਾ ਉਹਦੀ ਟੋਕ ਟਕਾਈ ਨਹੀਂ ਕਰਨੀ, ਨਹੀਂ ਉਹ ਬੇਈਮਾਨ ਸਾਰੇ ਤੇਰੇ ਦੁਆਲੇ ਹੋ ਜਾਣਗੇ, ਤੈਨੂੰ ਜਿਉਣਾ ਔਖਾ ਹੋ ਜਾਏਗਾ। ਉੱਥੇ ਹੋ ਸਕਦਾ ਤੇਰੇ 'ਤੇ ਗਲਤ ਉਲਝਣ ਲਾ ਕੇ ਤੈਨੂੰ ਸਗੋਂ ਫਸਾ ਦੇਣਾ। ਜੋ ਕਰ ਰਿਹਾ ਉਹਨੇ ਭਰਨੇ, ਤੂੰ ਕਿਸੇ ਨੂੰ ਨਹੀਂ ਕਹਿਣਾ ਰਿਸ਼ਵਤ ਨਾ ਲਿਆ ਕਰੋ, ਫਲਾਣਾ ਕਰੋ, ਫਲਾਣਾ ਰਿਸ਼ਵਤ ਲੈਂਦਾ, ਇਹ ਕਰਨਾ, ਕੁਛ ਨਹੀਂ ਕਹਿਣਾ। ਆਪ ਨਹੀਂ ਲੈਣੀ ਬਸ, ਫਿਰ ਤੈਨੂੰ ਕੋਈ ਕੁਛ ਨਹੀਂ ਕਹੇਗਾ। ਤੂੰ ਦੁਖੀ ਹੀ ਉਦੋਂ ਹੋਵੇਂਗਾ, ਆਪ ਰਿਸ਼ਵਤ ਲੈਂਦਾ ਨਹੀਂ, ਦੂਜਿਆਂ ਨੂੰ ਲੈਣ ਨਹੀਂ ਦਿੰਦਾ। ਇੱਥੇ ਜਾ ਕੇ ਬੰਦਾ ਦੁਖੀ ਹੁੰਦਾ। ਅਗਰ ਆਪ ਨਹੀਂ ਰਹਿੰਦਾ, ਦੂਜੇ ਜੋ ਕਰਦੇ ਲੈ ਜਾਣ। ਜਦੋਂ ਧਰਮ ਇਹ ਕਹਿੰਦਾ ਕਿ ਮਨੁੱਖ ਜੋ ਕਰ ਰਿਹਾ ਹੈ ਉਹਦਾ ਫਲ ਉਹਨੂੰ ਮਿਲਣਾ ਹੀ ਮਿਲਣਾ, ਕਰੀ ਜਾਂਦਾ ਜੋ ਕਰਦਾ। ਹਾਂ, ਜਿਹੜਾ ਕੋਈ ਹੌਲੀ ਹੌਲੀ ਜਿਹਦੇ ਨਾਲ ਨੇੜਤਾ ਹੋ ਜਾਏ ਉਹਨੂੰ ਆਪਾਂ ਪਿਆਰ ਨਾਲ ਸਮਝਾ ਸਕਦੇ, ਨਹੀਂ ਤਾਂ ਟੋਕਾ ਟਕਾਈ ਕਰਨ ਦੀ ਲੋੜ ਨਹੀਂ। ਉਹ ਫਿਰ ਨਹੀਂ ਤਾਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਦੁਖੀ ਕਰ ਲੈਣਗੇ। ਆਪ ਠੀਕ ਰਹਿਣਾ ਬਸ। ਜਿਵੇਂ ਇੱਕ ਵਾਰੀ ਕੋਈ ਮਹਾਤਮਾ ਦੋ ਵੇਟਿੰਗ ਰੂਮ ਦੇ ਵਿੱਚ ਬੈਠੇ ਨੇ, ਗੱਡੀ ਅਜੇ ਆਉਣ ਵਾਲੀ ਹੋਣੀ ਹੈ। ਸਟੇਸ਼ਨ ਮਾਸਟਰ ਉੱਧਰੋਂ ਲੰਘਿਆ, ਉਹਨੇ ਕਿਹਾ ਮਹਾਤਮਾ ਬੈਠੇ ਨੇ। ਉਹਨਾਂ ਕੋਲ ਗਿਆ ਕਿ ਆਓ ਜੀ ਮੇਰੇ ਦਫ਼ਤਰ 'ਚ ਆਓ, ਕੋਈ ਚਾਹ ਪਾਣੀ ਪੀ ਲਓ। ਉਹ ਆ ਗਏ। ਉਹ ਕਹਿੰਦੇ ਵੀ ਅਸੀਂ ਇੱਕ ਸ਼ਰਤ 'ਤੇ ਤੇਰੇ ਕੋਲ ਚਾਹ ਪਾਣੀ ਪੀਵਾਂਗੇ, ਤੂੰ 3 ਮਹੀਨੇ ਸੱਚ ਬੋਲਣਾ ਹੋਵੇਗਾ, ਕੁਛ ਵੀ ਹੋ ਜਾਏ ਭਾਵੇਂ, 3 ਮਹੀਨੇ ਸੱਚ ਬੋਲਣਾ। ਕਹਿੰਦੇ ਜੀ ਵਾਅਦਾ ਰਿਹਾ। ਚਲੋ ਚਾਹ ਪਾਣੀ ਪੀਤਾ, ਇੰਨੇ ਚਿਰ ਗੱਡੀ ਆ ਗਈ, ਮਹਾਤਮਾ ਗੱਡੀ ਚੜ੍ਹ ਗਏ। ਕੁਝ ਦਿਨਾਂ ਬਾਅਦ ਦਫ਼ਤਰ ਦੀ ਇਨਕੁਆਇਰੀ ਹੋ ਗਈ। ਉਹ ਪਤਾ ਕਰਨਾ ਸੀ ਵੀ ਤੇ ਕਿਹੜੇ ਕਿਹੜੇ ਰਿਸ਼ਵਤ ਲੈਂਦੇ ਨੇ। ਹੁਣ ਉਸ ਸਟੇਸ਼ਨ ਮਾਸਟਰ ਨੂੰ ਆ ਕੇ ਫਲਾਇੰਗ ਸਕਾਡ ਵਾਲੇ ਪੁੱਛਦੇ ਨੇ ਵੀ ਸੱਚੋ ਸੱਚ ਦੱਸੋ ਜੀ ਤੁਹਾਡੇ ਦਫ਼ਤਰ ਕਿਹੜੇ ਕਿਹੜੇ ਬੰਦੇ ਰਿਸ਼ਵਤ ਲੈਂਦੇ ਨੇ। ਹੁਣ ਮਹਾਂਪੁਰਖਾਂ ਨੇ ਕਿਹਾ ਸੀ ਵੀ 3 ਮਹੀਨੇ ਸੱਚ ਬੋਲਣੇ, ਚਾਹੇ ਮਰਜ਼ੀ ਜੋ ਮਰਜ਼ੀ ਹੋ ਜਾਏ, ਉਸ ਤੋਂ ਬਾਅਦ ਫਿਰ ਤੇਰੀ ਬੱਲੇ ਬੱਲੇ ਹੋ ਜਾਏਗੀ। ਉਹਨੇ 10 ਦੇ ਵਿੱਚ 9 ਦੇ ਨਾਮ ਲੈਤੇ ਵੀ ਇਹ ਕਰਪਟ ਨੇ। ਚਲੋ ਜੀ, ਉਹਨਾਂ ਦੇ ਵਿਰੁੱਧ ਐਕਸ਼ਨ ਹੋ ਗਿਆ। ਉਹਨਾਂ 9 ਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੇ ਸਾਡੇ ਬਾਰੇ ਐਂ ਕਿਹਾ। ਉਹ 9 ਦੇ 9 ਇਕੱਠੇ ਹੋ ਕੇ ਉਹਨਾਂ ਨੇ ਸਿੱਧ ਕਰਤਾ ਵੀ ਅਸੀਂ ਠੀਕ ਆ, ਸਟੇਸ਼ਨ ਮਾਸਟਰ ਹੀ ਕਰਪਟ ਹੈ। ਸਟੇਸ਼ਨ ਮਾਸਟਰ ਨੂੰ ਸਸਪੈਂਡ ਕਰਤਾ। ਜਦੋਂ ਘਰ ਨੂੰ ਪਤਾ ਲੱਗਾ ਵੀ ਮੇਰਾ ਘਰ ਵਾਲਾ ਸੱਚ ਬੋਲਣ ਕਰਕੇ ਸਸਪੈਂਡ ਹੋ ਗਿਆ, ਉਹ ਕਹਿੰਦੇ ਵੀ ਤੁਸੀਂ ਸੱਚ ਕਿਉਂ ਬੋਲਿਆ? ਕਹਿੰਦੇ ਵੀ ਮੈਂ ਮਹਾਤਮਾ ਆਇਆ ਸੀ, ਉਹਨਾਂ ਵਾਅਦਾ ਕੀਤਾ। ਉਹ ਕਹਿੰਦੇ 3 ਮਹੀਨੇ ਤੋਂ ਸੱਚ ਬੋਲਣਾ ਹੋਵੇਗਾ, ਜੋ ਮਰਜ਼ੀ ਪਿਆ ਹੋਵੇ, ਇਸ ਲਈ ਮੈਂ ਤਾਂ ਸੱਚ ਬੋਲਿਆ, ਮੈਂ ਝੂਠ ਨਹੀਂ ਬੋਲਿਆ। ਪਰ ਉਹ ਕਿਉਂਕਿ ਬਹੁਤੇ ਸਨ, ਉਹਨਾਂ ਸ਼ੜਯੰਤਰ ਰਚਿਆ, ਮੈਨੂੰ ਸਸਪੈਂਡ ਕਰਾਤਾ, ਪਰ ਮੈਨੂੰ ਕੋਈ ਅਫਸੋਸ ਨਹੀਂ। ਜਿਹੜਾ ਉਹਨਾਂ ਕਿਹਾ ਵੀ 3 ਮਹੀਨੇ ਸੱਚ ਬੋਲਣਾ ਹੈ, 3 ਮਹੀਨੇ ਹੀ ਕਿਹਾ ਨਾ, ਸਾਰੀ ਉਮਰ ਤਾਂ ਨਹੀਂ ਕਿਹਾ। ਇਹਦੇ ਕੋਈ ਵਿੱਚ ਗੱਲ ਹੈ? ਜੇ ਮੈਂ ਕਹਿ ਰਿਹਾ 40 ਦਿਨ ਪਾਠ ਕਰੋ,
ਜਦੋਂ ਮੈਂ ਕਿਹਾ ਹਾਂਜੀ ਮਰਨ ਤੱਕ ਕਰਦੇ ਰਹੋ, ਫਿਰ ਤਾਂ ਹੋਰ ਗੱਲ ਹੈ। ਮੈਂ ਕਿਹਾ 40 ਦਿਨ ਪਾਠ ਕਰੋ, ਇਹਦੇ ਮਤਲਬ ਕੋਈ ਗੱਲ ਬਣੀ ਨਹੀਂ 40 ਦਿਨਾਂ 'ਚ। ਉਹ ਕਹਿੰਦਾ ਭਾਗਾ ਵਾਲੀਏ, ਮੈਂ ਤਾਂ 3 ਮਹੀਨੇ ਸੱਚ ਹੀ ਬੋਲਣਾ, ਦੇਖੀ ਜੋ ਹੋ। ਉਹ ਬੱਚੇ ਚੱਕੇ ਉਹਨੇ ਆਪਣੇ ਪੇਕੇ ਚਲੇ ਗਿਆ, ਮੈਂ ਤੇਰੇ ਨਾਲ ਨਹੀਂ ਰਹਿੰਦੀ। ਮੈਂ ਸਟੇਸ਼ਨ ਮਾਸਟਰ ਨਾਲ ਵਿਆਹ ਕਰਾਇਆ ਸੀ, ਤੂੰ ਹੁਣ ਸਟੇਸ਼ਨ ਮਾਸਟਰ ਹੀ ਨਹੀਂ ਰਿਹਾ, ਮੈਂ ਨਹੀਂ ਤੇਰੇ ਨਾਲ ਰਿਹਾ। ਕਹਿ ਤੇਰੀ ਮਰਜ਼ੀ ਚਲੇ ਜਾ। ਚਲੋ ਜੀ, ਸਮਾਂ ਲੰਘਦਾ ਗਿਆ, ਜਿੱਥੇ ਵੀ ਲੋੜ ਸੀ ਸੱਚ ਬੋਲਣ ਦੀ ਉਹ ਭੁੱਲ ਹੀ ਗਿਆ। 3 ਮਹੀਨਿਆਂ ਦੇ ਵਿੱਚ ਕੁਝ ਦਿਨ ਰਹਿੰਦੇ ਸਨ, ਉਹਨੂੰ ਰਜਿਸਟਰਡ ਲੈਟਰ ਆਇਆ ਗੌਰਮੈਂਟ ਵੱਲੋਂ ਕਿ ਫਲਾਣੇ ਪਿੰਡ ਵਿੱਚ ਜਿਹੜੀ ਤੁਹਾਡੀ ਜ਼ਮੀਨ ਸੀ ਉਹ ਸਰਕਾਰ ਨੇ ਅਕਵਾਇਰ ਕਰ ਲਈ ਹੈ, ਵਿਆਬ ਲੈ ਲਈ ਹੈ, ਅਤੇ ਤੁਹਾਨੂੰ ਇੰਨੇ ਪੈਸੇ ਚੈੱਕ ਰਾਹੀਂ ਭੇਜੇ ਜਾ ਰਹੇ ਹਨ। ਉਹਨੂੰ ਬਿਲਕੁਲ ਕੋਈ ਪਤਾ ਨਹੀਂ ਵੀ ਸਾਡੀ ਜ਼ਮੀਨ ਉੱਥੇ ਹੈ ਕਿ ਨਹੀਂ ਹੈ, ਕੋਈ ਪਤਾ ਨਹੀਂ ਸੀ। ਚੈੱਕ ਆ ਗਿਆ, ਉਹ ਕਹਿੰਦਾ ਚੱਲ ਕੋਈ ਗੱਲ ਨਹੀਂ, ਭਾਵੇਂ ਮੈਂ ਸਸਪੈਂਡ ਹੋ ਗਿਆ ਸੀ ਪਰ ਬਥੇਰੇ ਪੈਸੇ ਮਿਲ ਗਏ ਪਰ ਮੈਂ 3 ਮਹੀਨੇ ਸੱਚ ਬੋਲਣਾ ਹੀ ਬੋਲਣਾ। ਉਹ ਬੋਲ ਹੀ ਗਿਆ ਸੱਚ, ਜਿੱਥੇ ਵੀ ਲੋੜ ਪੈਂਦੀ ਸੀ। ਅਖੀਰ 'ਤੇ ਉਹ ਕਿਉਂਕਿ ਜਿਸ ਬੰਦੇ ਨੂੰ ਸਸਪੈਂਡ ਕਰਦੇ ਉਸ 'ਤੇ ਮੁਕੱਦਮਾ ਵੀ ਚੱਲਦਾ, ਮੁਕੱਦਮਾ ਚੱਲ ਪਿਆ ਹੈ, ਉਹ ਦੁਬਾਰਾ ਇਨਕੁਆਇਰੀ ਹੋਈ ਹੈ। ਦੁਬਾਰਾ ਇਨਕੁਆਇਰੀ ਸਾਬਤ ਹੋਇਆ ਕਿ ਸਟੇਸ਼ਨ ਮਾਸਟਰ ਠੀਕ ਸੀ, ਇਹ 9 ਦੇ 9 ਬੇਈਮਾਨ ਸਨ। ਸਰ 99 ਦਿਨ ਸੀ, ਕਹਿੰਦੇ ਮੇਰਾ 99 ਦਿਨ, ਇੱਕ ਦਿਨ ਰਹਿੰਦਾ ਸੀ 90 ਦਿਨ ਹੋਣ 'ਚ। ਕਹਿੰਦਾ ਮੈਂ ਬਾਹਰ ਖੇਤਾਂ 'ਚ ਬੈਠਾ, ਕਿ ਮੈਂ ਫਿਰ ਵਿਹਲੇ ਹੀ ਸੀ ਵੀ ਚਲੋ ਉੱਥੇ ਬੈਠਾ। ਡਾਕੀਆ ਉੱਥੇ ਆਇਆ ਹੈ ਪਤਾ ਕਰਦਾ, ਉਹਨੇ ਮੈਨੂੰ ਚਿੱਠੀ ਦਿੱਤੀ ਹੈ। ਚਿੱਠੀ 'ਚ ਲਿਖਿਆ ਸੀ ਵੀ ਦੁਬਾਰਾ ਇਨਕੁਆਇਰੀ ਹੋਈ ਹੈ, ਉਹ 'ਚ ਤੁਸੀਂ ਨਿਰਦੋਸ਼ ਪਾਏ ਗਏ ਹੋ, ਇਸ ਲਈ ਕੱਲ੍ਹ ਨੂੰ ਆ ਕੇ ਆਪਣੀ ਡਿਊਟੀ ਜੁਆਇਨ ਕਰ ਲਓ। ਉਹ 9 ਦੇ 9 ਨੂੰ ਸਸਪੈਂਡ ਕਰਤਾ। ਚਲੋ ਜੀ, ਡਿਊਟੀ ਜੁਆਇਨ ਕਰ ਲਈ। ਘਰ ਵਾਲੀ ਬੱਚਾ ਲੈ ਕੇ ਆ ਗਈ, ਕਹਿੰਦਾ ਹੁਣ ਨਹੀਂ ਮੈਂ ਤੈਨੂੰ ਵੜਨ ਦਿੰਦਾ, ਭੱਜ ਜਾ ਹੁਣ ਤੂੰ ਜਾ, ਜਿੱਥੋਂ ਆਈ ਉੱਥੇ ਹੀ ਜਾ। ਤੂੰ ਲੱਗ ਗਿਆ ਨਾ ਪਤਾ, ਕਹਿੰਦਾ ਮੈਂ ਸੱਚ ਬੋਲਿਆ ਠੀਕ ਹੈ, ਪਰ ਦੇਖੋ ਲੱਖਾਂ ਰੁਪਏ ਤਾਂ ਮੇਰੀ ਜਿਹੜੀ ਜ਼ਮੀਨ ਸਰਕਾਰ ਨੇ ਲੈ ਲਈ, ਉਹ ਮੈਨੂੰ ਪਤਾ ਹੀ ਨਹੀਂ ਸੀ ਮੇਰੀ ਜ਼ਮੀਨ ਹੈ ਕਿ ਨਹੀਂ ਹੈ, ਉਹ ਮਿਲ ਗਈ। ਜਿੰਨਾ ਬਕਾਇਆ ਸੀ, 3 ਮਹੀਨੇ ਸਸਪੈਂਡ ਰਿਹਾ ਸੀ, ਉਹ ਤਨਖਾਹ ਵੀ ਮਿਲ ਗਈ, ਨਾਲੇ ਦੁਬਾਰਾ ਬਹਾਲ ਹੋ ਗਿਆ, ਅਤੇ ਨਾਲੇ ਆਲੇ ਦੁਆਲੇ ਪ੍ਰਸਿੱਧ ਹੋ ਗਿਆ ਵੀ ਇਹੀ ਇਮਾਨਦਾਰ, ਬਾਕੀ ਬੇਈਮਾਨ। ਸੋ ਇਸ ਲਈ ਹੁਣ ਪੁਰਾਣੇ ਸਾਧੂਆਂ ਨੂੰ ਰਿੱਧੀਆਂ ਸਿੱਧੀਆਂ ਕਿਉਂ ਪ੍ਰਾਪਤ ਹੋ ਜਾਂਦੀਆਂ ਸੀ? ਦੁਰਵਾਸ਼ਾ ਰਿਸ਼ੀ ਵਰਗਿਆਂ ਨੇ, ਉਹਦੇ ਕੋਲ ਵਾਕ ਸਿੱਧੀ ਸੀ ਵੀ ਜੋ ਬੋਲਤਾ ਸੱਚ ਹੋ ਗਿਆ। ਦੁਰਵਾਸ਼ਾ ਰਿਸ਼ੀ ਨੂੰ ਕ੍ਰਿਸ਼ਨ ਮਹਾਰਾਜ ਦੇ ਪੁੱਤਰ ਅਤੇ ਉਹਦੇ ਦੋਸਤਾਂ ਨੇ ਮਖੌਲ ਕੀਤਾ। ਉਹਨੂੰ ਚੜ੍ਹਿਆ ਗੁੱਸਾ, ਉਹਨੇ ਕਹਿਤਾ ਤੁਹਾਡੇ ਖਾਨਦਾਨ ਦਾ ਨਾਸ ਹੋਵੇ। ਹੋ ਗਿਆ। ਉਹਨਾਂ ਨੂੰ ਕਿਉਂ ਇਸ ਤਰ੍ਹਾਂ ਪ੍ਰਾਪਤ ਹੁੰਦਾ ਸੀ? ਉਹ ਜੰਗਲਾਂ 'ਚ ਰਹਿੰਦੇ ਸੀ, ਉੱਥੇ ਝੂਠ ਬੋਲਣ ਦੀ ਲੋੜ ਹੀ ਨਹੀਂ। ਸਾਨੂੰ ਤਾਂ ਪੈਰ ਪੈਰ 'ਤੇ ਝੂਠ ਬੋਲਣਾ ਪੈਂਦਾ, ਅਸੀਂ ਸੱਚ ਬੋਲ ਹੀ ਨਹੀਂ ਸਕਦੇ। ਅਸੀਂ ਨਹੀਂ ਬੋਲ ਸਕਦੇ ਸੱਚ। ਸਰਕਾਰ ਛੁੱਟੀ ਨਹੀਂ ਦਿੰਦੀ, ਡਾਕਟਰ ਨੂੰ ਮਿਲ ਕੇ ਮੈਡੀਕਲ ਸਰਟੀਫਿਕੇਟ ਬਣਾ ਲੈਣਾ ਵੀ ਮੈਂ ਤਾਂ ਬਿਮਾਰ ਹਾਂ ਜੀ, ਸਰਟੀਫਿਕੇਟ ਬਣਾਉਂਦੇ, ਹਾਂ ਇਹਦੀ ਪਿੱਠ ਦੁਖਦੀ ਹੈ ਜੀ, ਨਾ ਕਾਸੇ 'ਚ ਆਵੇ ਨਾ ਜਾਵੇ। ਉਂਝ ਛੁੱਟੀ ਦਿੰਦੇ ਨਹੀਂ ਹੈਗੇ, ਆਲਾ ਫਿਰ ਇਸ ਤਰ੍ਹਾਂ ਮੈਡੀਕਲ ਛੁੱਟੀ ਲੈ ਲੈਂਦੇ, ਫਿਰ ਝੂਠ ਬੋਲਿਆ ਕਿ ਨਹੀਂ, ਆਲਾ ਪਿੱਠ ਠੀਕ ਠਾਕ ਹੈ ਬਿਲਕੁਲ। ਮੈਂ ਦੇਖਿਆ ਵੀ ਨਹੀਂ ਸਰਦਾ ਝੂਠ ਬੋਲੇ ਬਿਨਾਂ। ਕਹਿੰਦੇ ਨੇ ਸੱਚ ਵੀ ਉੱਥੇ ਬੋਲਣਾ ਚਾਹੀਦਾ ਜਿੱਥੇ ਅੱਗੇ ਸਚਿਆਰ ਬੈਠੇ ਹੋਣ, ਜਿੱਥੇ ਬੈਠੇ ਹੀ ਝੂਠੇ ਨੇ। ਪੁਰਾਣੇ ਜ਼ਮਾਨੇ 'ਚ ਪੰਚਾਇਤ ਦੇ ਸਾਹਮਣੇ ਲੋਕ ਸੱਚ ਬੋਲਦੇ ਸਨ, ਕੋਰਟ 'ਚ ਜਾ ਕੇ ਝੂਠ ਬੋਲਦੇ ਸਨ। ਕੋਰਟ 'ਤੇ ਹੈ ਹੀ ਨਹੀਂ ਝੂਠ। ਮੈਂ ਮੰਨ ਲਓ ਕਿਹਦਾ ਕਤਲ ਕਰਤਾ ਹੈ, ਮੇਰਾ ਵਕੀਲ ਮੇਰੇ ਤੋਂ ਪੈਸੇ ਲੈ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਕੇ ਇਸ ਨੇ ਕਤਲ ਨਹੀਂ ਕੀਤਾ, ਕੋਈ ਹੋਰ ਕਰ ਗਿਆ,
ਜਿਹਦਾ ਕਤਲ ਹੋਇਆ ਉਹਦਾ ਵਕੀਲ ਜ਼ੋਰ ਲਾ ਲੈ ਪੈਸੇ ਲੈ ਕੇ ਵੀ ਹਾਂ ਇਹਦਾ ਕਤਲ ਕੀਤਾ। ਫਿਰ ਇੱਕ ਵਕੀਲ, ਇੱਕ ਬੰਦਾ ਅਤੇ ਇੱਕ ਵਕੀਲ, ਫਿਰ ਟੋਟਲ ਝੂਠ ਬੋਲ ਰਹੇ ਨੇ। ਮੰਨ ਲਓ ਮੈਂ ਕਤਲ ਕੀਤਾ, ਮੈਂ ਜੱਜ ਮੈਨੂੰ ਨਾ ਜੀ ਮੈਂ ਤਾਂ ਨਹੀਂ ਕੀਤਾ, ਮੈਨੂੰ ਨਹੀਂ ਪਤਾ ਕਿੰਨੇ ਕਰਤਾ। ਮੇਰਾ ਵਕੀਲ ਪੈਸੇ ਲਾ ਕੇ, ਉਹਨੂੰ ਪਤਾ ਹਾਲਾਂਕਿ ਵਕੀਲ ਨੂੰ ਸੱਚ ਦੱਸਣਾ ਪੈਂਦਾ ਸਭ ਕੁਝ। ਵਕੀਲ ਵੀ ਪੈਸੇ ਲਾ ਕੇ ਝੂਠ ਬੋਲੀ ਹੋਈ ਜਾਂਦਾ ਹੈ। ਇਹ ਵਕੀਲਾਂ ਦਾ ਪਤਾ ਨਹੀਂ ਕੀ ਬਣੇਗਾ ਅੱਗੇ ਜਾ ਕੇ। ਮੈਂ ਤਾਂ ਹੈਰਾਨ ਹਾਂ ਵੀ ਇਹਨਾਂ ਨੂੰ ਪਤਾ ਨਹੀਂ ਕਿੰਨੀ ਕੂਹ ਕੁੱਟ ਪੈਣੀ ਹੈ ਤੇ ਕੀ ਹੋਣਾ। ਦੱਸ, ਤੂੰ ਕਾਤਲ ਨੂੰ ਬਰੀ ਕਰਾਤਾ ਅਤੇ ਜਿਹੜਾ ਨਿਰਦੋਸ਼ ਸੀ ਉਹਨੂੰ ਤੂੰ ਸਜ਼ਾ ਦਿਲਾਤੀ ਹੈ। ਖੈਰ, ਸੋ ਇਹ ਜਿਹੜਾ ਸੱਚ ਬੋਲਣਾ ਹੈ ਇਹ ਬਹੁਤ ਔਖਾ ਹੈ। ਅਤੇ ਸੱਚ, ਹੁਣ ਸਾਧੂ ਜਿਹੜੇ ਹੁੰਦੇ ਸਨ ਉਹ ਜੰਗਲਾਂ 'ਚ ਬੈਠੇ ਨੇ, ਉੱਥੇ ਝੂਠ ਬੋਲਣ ਦੀ ਲੋੜ ਹੀ ਨਹੀਂ। ਝੂਠ ਬੋਲਣ ਦੀ ਉੱਥੇ ਲੋੜ ਹੈ ਜਿੱਥੇ ਸਮਾਜ ਹੈ। ਜਿੱਥੇ ਸਮਾਜ ਹੈ ਉੱਥੇ ਸਾਨੂੰ ਦਿਨ 'ਚ ਕਈ ਵਾਰ ਝੂਠ ਬੋਲਣਾ ਪੈਂਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਇਸ ਲਈ ਸਾਡੀ ਰਸਨਾ ਪਵਿੱਤਰ ਹੀ ਨਹੀਂ ਹੁੰਦੀ। ਅਸੀਂ ਵੈਰ ਕਰਕੇ ਜੀ ਪਵਿੱਤਰ ਕੀਤੀ, ਝੂਠ ਬੋਲ ਕੇ ਅਪਵਿੱਤਰ ਕਰਤੀ। ਇਸ ਲਈ ਸਾਡੀ ਇਸ ਲਈ ਨਹੀਂ ਗੱਲ ਬਣਦੀ। ਸਾਨੂੰ ਵਾਕ ਸਿੱਧੀ ਹੋਈ ਨਹੀਂ ਕਈ ਵਾਰੀ ਸਾਰੀ ਉਮਰ ਪ੍ਰਾਪਤ ਹੁੰਦੀ। ਨਾ ਇਹ ਜੀਵ ਸੁੱਚੀ ਹੋਵੇ, ਨਾ ਇਹਦਾ ਬੋਲਿਆ ਸੱਚ ਹੋਵੇ। ਸਿਆਣੇ ਕਹਿੰਦੇ ਜਿਹੜਾ ਬੰਦਾ 12 ਸਾਲ ਝੂਠ ਨਾ ਬੋਲੇ, ਉਹਦੇ ਬਾਅਦ ਜੋ ਬੋਲੇਗਾ ਸੱਚ ਹੋ ਜਾਏਗਾ, ਜੋ ਮੂੰਹ ਕਹਿ ਦੇਗਾ ਹੋ ਜਾਏਗਾ ਬਸ। ਕਿਉਂਕਿ ਰਸਨਾ ਅਤੀ ਪਵਿੱਤਰ ਹੋ ਗਈ ਹੈ, ਉਹਦੇ ਨਾਲ ਫਿਰ ਜੋ ਬੋਲਦਾ ਉਹ ਸੱਚ ਹੋ ਜਾਂਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿਤੋਂ ਕਿੰਨੇ ਤੋਂ? ਅੱਛਾ, ਹਾਂਜੀ। ਨਿਰਮਲ ਤੇ ਸਭ ਨਿਰਮਲ ਹੋਵੇ। ਨਿਰਮਲ ਤੋਂ ਹੀ ਅੱਗੇ ਨਿਰਮਲ ਹੋਇਆ ਜਾ ਸਕਦਾ ਹੈ। ਮੈਲਾ ਬੰਦਾ ਸਾਨੂੰ ਕਦੇ ਨਿਰਮਲ ਨਹੀਂ ਕਰ ਸਕਦਾ। ਨਿਰਮਲ ਵਿਅਕਤੀ ਹੀ ਸਾਨੂੰ ਨਿਰਮਲ ਕਰ ਸਕਦਾ ਹੈ। ਅਤੇ ਨਿਰਮਲ ਹੈ ਪਰਮਾਤਮਾ। ਪਰਮਾਤਮਾ ਦਾ ਨਾਮ ਵੀ ਨਿਰਮਲ ਹੈ, ਪਰਮਾਤਮਾ ਦੀ ਬਾਣੀ ਵੀ ਨਿਰਮਲ ਹੈ। ਸੋ ਪਰਮਾਤਮਾ ਦਾ ਨਾਮ ਨਿਰਮਲ ਹੈ, ਉਸ ਤੋਂ ਉਹਦਾ ਨਾਮ ਜਪ ਜਪ ਕੇ ਹੀ ਹਰ ਕੋਈ ਨਿਰਮਲ ਹੋ ਸਕਦਾ ਹੈ। ਨਿਰਮਲ ਮਨੁਆ ਹਰ ਸ਼ਬਦ ਪਰੋਵੇ। ਜਦੋਂ ਇਹ ਮਨ ਹਰੀ ਦੇ ਸ਼ਬਦ ਨੂੰ ਆਪਣੇ ਵਿੱਚ ਪਰੋ ਲੈਂਦਾ ਹੈ, ਕਿਉਂਕਿ ਨਿਰਮਲ ਮਨ ਹੀ ਪਰੋਵੇਗਾ, ਦੂਜਿਆਂ ਦਾ ਨਾਮ ਚੰਗੀ ਨਹੀਂ ਲੱਗਦਾ। ਜਿਹਦਾ ਮਨ ਨਿਰਮਲ ਨਹੀਂ ਨਾ, ਉਹਨੂੰ ਬਾਣੀ ਅਤੇ ਨਾਮ ਚੰਗੇ ਹੀ ਨਹੀਂ ਲੱਗਦੇ ਹਨ, ਉਹ ਇਹਦੇ ਪਾਸੇ ਆਉਂਦਾ ਹੀ ਨਹੀਂ ਹੈ। ਜਿਹੜਾ ਨਿਰਮਲ ਮਨ ਹੈ ਉਹ ਹਰੀ ਦੇ ਸ਼ਬਦ ਨੂੰ, ਹਰੀ ਦੇ ਨਾਮ ਨੂੰ ਆਪਣੇ ਵਿੱਚ ਪਰੋ ਲੈਂਦਾ ਹੈ। ਪਰੋ, ਜਦੋਂ ਆਪਾਂ ਚੀਜ਼ ਪਰੋ ਲਈਏ ਫਿਰ ਸਾਡੇ ਤੋਂ ਅੱਡ ਨਹੀਂ ਹੁੰਦੀ ਹੈ। ਆ ਫੁੱਲ ਨੇ ਅੱਡ ਅੱਡ ਨੇ। ਸੂਈ ਧਾਗੇ ਦੇ ਨਾਲ ਜਦੋਂ ਅਸੀਂ ਇਹਨਾਂ ਨੂੰ ਪਰੋ ਲੈਂਦੇ, ਇਹ ਹਾਰ ਬਣ ਜਾਂਦਾ, ਫਿਰ ਸਾਰੇ ਇਕੱਠੇ ਫੁੱਲ ਹੁੰਦੇ ਨੇ। ਇਸ ਤਰ੍ਹਾਂ ਜੇ ਪਵਿੱਤਰ ਮਨ ਹੈ ਹਰੀ ਦੇ ਸ਼ਬਦ ਨੂੰ ਆਪਣੇ ਨਾਲ ਪਰੋ ਲੈਂਦਾ ਹੈ। ਨਿਰਮਲ ਨਾਮ ਲੱਗੇ ਵਡਭਾਗੀ। ਵਡਭਾਗੀ ਦੇ ਵੱਡੇ ਭਾਗਾਂ ਵਾਲੇ। ਜਿਹੜੇ ਵੱਡੇ ਭਾਗਾਂ ਵਾਲੇ ਹਨ ਉਹੀ ਇਸ ਪਵਿੱਤਰ ਨਾਮ ਨਾਲ ਜੁੜਦੇ ਨੇ। ਬਦਕਿਸਮਤ ਨਾਮ ਜਪਦੇ ਹੀ ਨਹੀਂ। ਹੁਣ ਨਾਮ ਬਾਣੀ ਨੇ ਸਾਨੂੰ ਕਿਸਮਤ ਵਾਲੇ ਬਣਾਉਣਾ ਹੈ। ਜਿਹੜਾ ਬਦਕਿਸਮਤ ਉਹਦਾ ਜੀਓ ਹੀ ਨਹੀਂ ਕਰਦਾ ਨਾਮ ਜਪਣ ਨੂੰ, ਇਸ ਲਈ ਬਦਕਿਸਮਤ ਹੀ ਰਹਿ ਜਾਂਦਾ ਹੈ। ਬਾਣੀ ਕਹਿੰਦੇ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ। ਇਹ ਨਹੀਂ ਕਿ ਜੋ ਲਿਖਤੀ। ਪਰਮਾਤਮਾ ਨੇ ਇੱਕ ਵਿਧਾਨ ਰੱਖਿਆ ਹੋਇਆ ਕਿ ਦੇਖੋ ਮੈਂ ਤਾਂ ਤੁਹਾਡੇ ਪਿਛਲੇ ਜਨਮਾਂ ਦੇ ਕਰਮ ਵੇਖੇ, ਉਹਦੇ ਅਨੁਸਾਰ ਤੁਹਾਡੀ ਕਿਸਮਤ ਲਿਖਤੀ। ਅਗਰ ਤੁਸੀਂ ਆਪਣੀ ਕਿਸਮਤ ਬਦਲਣਾ ਚਾਹੁੰਦੇ ਹੋ ਤਾਂ ਮੈਂ ਸੰਸਾਰ 'ਤੇ ਗੁਰੂ ਅਤੇ ਸਾਧੂ ਭੇਜ ਰਿਹਾ ਹਾਂ। ਉਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ। ਹੁਣ ਸਿੱਖ ਦੀ ਕਿਸਮਤ ਚੰਗੀ ਨਹੀਂ, ਇਹ ਆਪਣੀ ਕਿਸਮਤ ਬਦਲਣਾ ਚਾਹੁੰਦਾ ਹੈ। ਹੁਣ ਇਹਦੀ ਸਿੱਖ ਦੀ ਕਿਸਮਤ ਬਦਲਣੀ ਗੁਰੂ ਨੇ, ਅਤੇ ਗੁਰਬਾਣੀ ਸਾਡਾ ਗੁਰੂ ਹੈ। ਇਸ ਲਈ ਬਾਣੀ ਪੜ੍ਹੀ ਜਾਓ, ਆਪੇ ਹੀ ਤੁਹਾਡੀ ਸਮਾਂ ਪਾ ਕੇ ਕਿਸਮਤ ਬਦਲ ਜਾਏਗੀ।
ਬਾਣੀ ਪੜ੍ਹੋ, ਨਾਮ ਜਪੋ, ਇਹਦੇ ਨਾਲ ਕਿਸਮਤਾਂ ਬਦਲਦੀਆਂ ਹਨ। ਥਾਵਾਂ ਬਦਲਣਾ ਕਿਸਮਤ ਨਹੀਂ ਬਦਲਦੀ। ਧਰਮ ਅਨੁਸਾਰ ਥਾਂ 'ਤੇ ਅਸੀਂ ਇਸ ਲਈ ਬਦਲਦੇ ਹਾਂ ਕਿ ਦੂਜੀ ਥਾਂ 'ਤੇ ਸਾਡਾ ਦਾਣਾ ਪਾਣੀ ਲਿਖਿਆ ਹੁੰਦਾ। ਹੁਣ ਜਿੱਥੇ ਦਾਣਾ ਪਾਣੀ ਲਿਖਿਆ ਹੈ ਉੱਥੇ ਜਾਣਾ ਹੀ ਜਾਣਾ। ਹੁਣ ਇੱਕ ਲੜਕੀ ਨੂੰ ਪਤਾ ਹੈ ਕਿ ਮੈਂ ਅਮਰੀਕਾ ਚੱਲੀ ਹਾਂ, ਮੈਨੂੰ ਜੇਲ੍ਹ ਹੋ ਜਾਣੀ ਹੈ। ਦੇਖੋ ਹੁਣ ਉਹਨੂੰ ਜੇਲ੍ਹ ਹੋਣੀ ਹੈ, ਉਹਨੂੰ ਪਤਾ ਵੀ ਹੈ ਮੈਨੂੰ ਜੇਲ੍ਹ ਹੋ ਜਾਣੀ, ਫਿਰ ਵੀ ਜਾ ਰਹੀ ਹੈ, ਨਹੀਂ ਜਾ ਰਹੀ। ਅਤੇ ਪੌਣੇ 2 ਸਾਲ ਅੱਗੇ ਜੇਲ੍ਹ 'ਚ ਉਹਦੀ ਜ਼ਮਾਨਤ ਹੀ ਨਹੀਂ ਹੋ ਰਹੀ। ਮੈਨੂੰ ਬੜਾ ਕਿਹਾ ਵੀ ਬੀਬਾ ਇੱਕ ਲੜਕੀ ਦਾ ਮਾਮਲਾ, ਤੂੰ ਮੁੰਡਾ ਥੋੜ੍ਹਾ, ਤੂੰ ਲੜਕੀ ਹੈ, ਕੁਆਰੀ ਕੁੜੀ ਹੈ, ਤੂੰ ਇਲੀਗਲ ਚੱਲੀ ਹੈ, ਗਲਤ ਤਰੀਕੇ ਨਾਲ ਜਾ ਰਹੀ ਹੈ ਅਤੇ ਤੈਨੂੰ ਉੱਥੇ ਜੇਲ੍ਹ ਹੋ ਜਾਣੀ। ਹਾਂਜੀ ਕਹਿੰਦੇ ਮੈਨੂੰ ਪਤਾ ਜੀ। ਏਜੰਟ ਕਹਿੰਦਾ ਹੈ ਵੀ ਫਿਰ ਜਿਹੜਾ ਹੈ 10 ਲੱਖ ਵਕੀਲ ਤੁਹਾਡੇ ਤੋਂ ਲਏਗਾ, ਉਹ ਤੁਹਾਡੀ ਜ਼ਮਾਨਤ ਕਰਾ ਦੇਗਾ। ਅਤੇ ਮੈਂ ਕਿਹਾ ਜ਼ਮਾਨਤ ਹੀ ਹੋਏਗੀ ਤਾਂ ਮੁਕੱਦਮਾ ਥੋੜ੍ਹੇ ਜਿੱਤੇਗੀ, ਮੁਕੱਦਮਾ ਚੱਲਦਾ ਰਹੇਗਾ। ਤੁਸੀਂ ਇਲੀਗਲ ਉਹਨਾਂ ਦੇ ਦੇਸ਼ 'ਚ ਵੜਨ ਲੱਗੇ ਹੋ, ਇੰਨਾ ਸ਼ੁਕਰ ਕਰੋ ਤੁਹਾਨੂੰ ਗੋਲੀ ਨਹੀਂ ਮਾਰਦੇ। ਹੁਣ ਆਪਣੀ ਪਾਕਿਸਤਾਨ ਨਾਲ, ਚੀਨ ਨਾਲ ਨਹੀਂ ਬਣਦੀ। ਸਾਡਾ ਬੰਦਾ ਪਾਕਿਸਤਾਨ ਚੀਨ 'ਚ ਗਲਤੀ ਨਾਲ ਚਲੇ ਤਾਂ ਅਗਲੇ ਗੋਲੀ ਮਾਰ ਦੇਣੀ ਜਾਂ ਫੜ ਕੇ ਜੇਲ੍ਹ ਕਰ ਦੇਣੀ। ਨਹੀਂ, ਪਰ ਉਹਦੇ ਲਿਖਿਆ ਹੋਇਆ ਸੀ ਵੀ ਤੂੰ ਜੇਲ੍ਹ ਦਾ ਹੀ ਦਾਣਾ ਪਾਣੀ ਖਾਣਾ, ਲੈ ਕੇ ਦਾਣਾ ਪਾਣੀ ਹੁੰਦਾ ਜੇਲ੍ਹ 'ਚ। ਸੋ ਥਾਵਾਂ ਬਦਲਣਾ ਕਿਸਮਤ ਨਹੀਂ ਬਦਲਦੀ। ਨਾਮ ਜਪਣ ਨਾਲ, ਬਾਣੀ ਪੜ੍ਹਨ ਨਾਲ ਕਿਸਮਤ ਬਦਲਦੀ ਹੈ। ਸੋ ਕਿਤੇ ਵੀ ਤੁਸੀਂ ਹੋ, ਤੁਸੀਂ ਆਪਣੀ ਕਿਸਮਤ ਨੂੰ ਉੱਥੇ ਹੀ ਬਦਲ ਸਕਦੇ ਹੋ। ਸੋ ਗੁਰੂ ਮਹਾਰਾਜ ਕਹਿੰਦੇ ਨਿਰਮਲ ਨਾਮ ਲੱਗੇ ਵਡਭਾਗੀ। ਜਿਹੜੇ ਵੱਡੇ ਭਾਗਾਂ ਵਾਲੇ ਹੁਣ ਇਸ ਪਵਿੱਤਰ ਨਾਮ ਨਾਲ ਜੁੜਦੇ ਨੇ। ਨਿਰਮਲ ਨਾਮ ਸੁਹਾਵਣੇ। ਫਿਰ ਇਸ ਪਵਿੱਤਰ ਨਾਮ ਰਾਹੀਂ ਉਹਨਾਂ ਦਾ ਜੀਵਨ ਸੁਹਾਵਣਾ ਹੋ ਜਾਂਦਾ, ਉਹਨਾਂ ਦਾ ਜੀਵਨ ਵਧੀਆ ਹੋ ਜਾਂਦਾ। ਜਿਵੇਂ ਮੌਸਮ ਸੁਹਾਵਣਾ ਹੋਵੇ, ਚੰਗਾ ਲੱਗਦਾ ਨਾ, ਇਸ ਤਰ੍ਹਾਂ ਵਧੀਆ ਜੀਵਨ ਹੋ ਜਾਂਦਾ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ। ਸੱਚ ਨਾਮ ਮਲ ਕਦੇ ਨਾ ਲਾਗੈ, ਮੁਖ ਉਜਲ ਸੱਚ ਕਰਾ ਬਣਿਆ। ਕਹਿੰਦੇ ਸੋ ਨਿਰਮਲ, ਉਹ ਪਵਿੱਤਰ ਹੈ ਜੋ ਸ਼ਬਦੇ ਸੋ ਹੈ, ਜਿਹਨੇ ਨਾਮ ਦੇ ਰਾਹੀਂ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲਿਆ। ਜਿਸ ਨੇ ਨਾਮ ਰਾਹੀਂ ਆਪਣੇ ਜੀਵਨ ਨੂੰ ਸੁਹਾਵਣਾ ਵਧੀਆ ਬਣਾ ਲੈਣਾ, ਉਹ ਨਿਰਮਲ। ਨਿਰਮਲ ਨਾਮ ਮਨ ਤਨ ਮੋਹ ਹੈ। ਫਿਰ ਜਿਹੜਾ ਨਿਰਮਲ ਨਾਮ ਹੈ ਉਹਦੇ ਮਨ ਅਤੇ ਤਨ ਨੂੰ ਮੋਹ ਲੈਂਦਾ ਹੈ। ਭਾਵ ਦਾ ਮਨ ਅਤੇ ਤਨ ਨਾਮ ਨਾਲ ਮੋਹਿਆ ਜਾਂਦਾ ਹੈ। ਉਹਦਾ ਜੀ ਕਰਦਾ ਹੋਰ ਨਾਮ ਜਪਾਂ, ਹੋਰ ਨਾਮ ਜਪਾਂ। ਸੱਚ ਨਾਮ ਮਲ ਕਦੇ ਨਾ ਲੱਗੇ। ਪਰਮਾਤਮਾ ਦੇ ਨਾਮ ਨਾਲ ਕਦੇ ਮੈਲ ਨਹੀਂ ਲੱਗਦੀ। ਮੁੱਖ ਉਜਲ, ਉਹਦਾ ਪਰਮਾਤਮਾ ਦਰਗਾਹ ਜਾ ਕੇ ਮੁੱਖ ਉਜਲ ਹੋ ਜਾਂਦਾ, ਸੱਚ ਕਰਾ ਬਣੇ। ਅਤੇ ਕਿਉਂਕਿ ਉਹਨੇ ਸੱਚ ਦਾ ਨਾਮ ਜਪਿਆ ਹੁੰਦਾ ਹੈ, ਇਸ ਨਾਮ ਜਪਣ ਕਰਕੇ ਉਹਨੂੰ ਮੈਲ ਨਹੀਂ ਲੱਗਦੀ ਅਤੇ ਉਹਦਾ ਮੁੱਖ ਉਜਲ ਹੋ ਜਾਂਦਾ ਹੈ। ਸੋ ਇਸ ਲਈ ਤਾਂ ਉੱਤੇ ਲਿਖਿਆ ਸੀ ਨਿਰਮਲ ਤੇ ਸਭ ਨਿਰਮਲ ਹੋਵੇ। ਜਿੰਨਾ ਚਿਰ ਮਨ ਨਿਰਮਲ ਨਹੀਂ ਹੁੰਦਾ, ਉਨਾ ਚਿਰ ਉਹਦੀ ਪ੍ਰਾਪਤੀ ਨਹੀਂ ਹੁੰਦੀ। ਪਰ ਯਾਦ ਰੱਖਣਾ, ਅਗਰ ਅਸੀਂ ਕਰਮ ਠੀਕ ਨਹੀਂ ਕਰਦੇ, ਜੇ ਨਾਮ ਜਪੀ ਜਾਂਦੇ, ਸਾਰੀ ਉਮਰ ਹੀ ਨਿਰਮਲ ਨਹੀਂ ਹੋਵਾਂਗੇ। ਮੈਂ ਕਈ ਵਾਰ ਉਦਾਹਰਨ ਦਿੱਤੇ ਹੈ। ਮੰਨ ਲਓ ਮੈਂ ਆਪਣੀ ਬਨੈਣ ਧੋ ਕੇ ਰੱਸੀ 'ਤੇ ਪਾਈ, ਸੁੱਕ ਜਾਏ, ਹਵਾ ਦਾ ਤੇਜ਼ ਬੁਲਾਇਆ, ਗਿੱਲੀ ਹੀ ਬਨੈਣ ਨਹੀਂ, ਠੰਡੇ ਪਈ, ਫਿਰ ਲਿਬੜ ਜਾਏਗੀ। ਉਹਨੂੰ ਫਿਰ ਧੋ ਕੇ ਮੈਂ ਰੱਸੀ 'ਤੇ ਪਾਵਾਂਗਾ, ਫਿਰ ਹਵਾ ਚੱਲੀ ਹੋਏ, ਠੰਡੀ ਪਈ, ਫਿਰ ਮੈਲੀ ਹੋ ਜਾਏਗੀ। ਇਸ ਤਰ੍ਹਾਂ ਕਦੇ ਵੀ ਸਾਫ਼ ਨਹੀਂ ਹੋਵੇਗੀ। ਸਾਡੇ ਮਨ ਕਿਉਂ ਨਹੀਂ ਸਾਫ਼ ਹੋ ਰਹੇ? ਉਹ ਇਸ ਲਈ ਨਹੀਂ ਹੋ ਰਹੇ ਕਿ ਅਸੀਂ ਕੋਈ ਨਾ ਕੋਈ ਬੁਰਾ ਸੋਚ ਕੇ ਜਾਂ ਬੁਰਾ ਕਰਕੇ ਆਪਣੇ ਮਨ ਨੂੰ ਦੁਬਾਰਾ ਮੈਲੇ ਕਰ ਲੈਂਦੇ। ਸੋ ਇਸ ਲਈ ਹੁਣ ਜਿਹਦੇ ਵੱਡੇ ਭਾਗ ਹੁੰਦੇ ਨੇ, ਫਿਰ ਉਹ ਸੰਗਤ ਹੀ ਉਹਨਾਂ ਲੋਕਾਂ ਦੀ ਕਰਦੇ ਨੇ ਜਿਹੜੇ ਨਿਰਮਲ ਹੁੰਦੇ ਨੇ।
ਜਿਨ੍ਹਾਂ ਦੇ ਮਨ ਨਿਰਮਲ ਨੇ ਉਹਨਾਂ ਦੀ ਸੰਗਤ ਕਰਦੇ ਨੇ। ਉਹ ਨਾ ਮੈਲਿਆਂ ਦੀ ਸੰਗਤ ਕਰਨ ਅਤੇ ਨਾ ਉਹਨਾਂ ਦਾ ਮਨ ਮੈਲਾ ਹੋਵੇ। ਇਸ ਲਈ ਜਿਹੜਾ ਮਨ ਮੈਲਾ ਹੈ ਦੂਜੇ ਪਾਏ ਮਾਇਆ ਨਾਲ ਪਿਆਰ ਹੋਣ ਕਰਕੇ, ਭਾਏ ਮੈਨੇ ਪਿਆਰ ਦੂਜੇ ਮੈਨੇ ਮਾਇਆ। ਮਨ ਮੈਲਾ ਹੈ ਦੂਜੇ ਪਾਏ। ਮਨ ਤਾਂ ਮੈਲਾ ਹੈ ਕਿ ਅਸੀਂ ਪਰਮਾਤਮਾ ਨੂੰ ਛੱਡ ਕੇ ਮਾਇਆ ਨੂੰ ਪਿਆਰ ਕਰਦੇ ਹਾਂ। ਜਿਹਨੇ ਸਾਨੂੰ ਪਵਿੱਤਰ ਕਰਨਾ ਸੀ ਉਹ ਛੱਡ ਹੀ ਦਿੱਤਾ। ਮਾਇਆ ਨੂੰ ਪਿਆਰ ਕਰਨ ਕਾਰਨ ਮਨੁੱਖ ਫਿਰ ਗਲਤ ਤਰੀਕੇ ਨਾਲ ਮਾਇਆ ਕਮਾਉਂਦਾ ਹੈ, ਇਸ ਲਈ ਮਨ ਮੈਲਾ ਹੋ ਜਾਂਦਾ। ਫਿਰ ਅਤੇ ਜਦੋਂ ਮਨ ਮੈਲਾ ਹੋਵੇ ਨਾ, ਚੌਂਕਾ ਭਾਵੇਂ ਕਿੰਨੇ ਹੀ ਪਵਿੱਤਰ ਹੋਵੇ, ਤੁਸੀਂ ਉੱਥੇ ਬੈਠੋ ਮੈਲਾ ਕਰ ਦਿਓਗੇ। ਸਾਧੂ ਜਿੱਥੇ ਪੈਰ ਧਰਦਾ ਥਾਂ ਨੂੰ ਪਵਿੱਤਰ ਕਰ ਦਿੰਦਾ ਹੈ, ਚੋਰ ਜਿੱਥੇ ਪੈਰ ਧਰਦਾ ਥਾਂ ਨੂੰ ਅਪਵਿੱਤਰ ਕਰ ਦਿੰਦਾ ਹੈ। ਇਸ ਲਈ ਮਨ ਮੈਲਾ ਤਾਂ ਹੈ ਕਿਉਂਕਿ ਮਾਇਆ ਨੂੰ ਪਿਆਰ ਕਰਦਾ ਹੈ। ਮੈਲਾ ਚੌਂਕਾ, ਮੈਲਾ ਥਾਂ, ਉਹਦੇ ਚੌਂਕਾ ਵੀ ਮੈਲਾ ਅਤੇ ਉਹਦੀ ਥਾਂ ਵੀ ਮੈਲੀ ਜਿੱਥੇ ਬੈਠੇਗਾ। ਮੈਲਾ ਖਾਏ ਫਿਰ ਮੈਲ ਵਧਾਏ। ਉਹ ਗਲਤ ਤਰੀਕੇ ਦੀ ਕਮਾਈ ਖਾਂਦਾ ਹੈ, ਉਹਦੇ ਅੰਦਰ ਫਿਰ ਹੋਰ ਮੈਲ ਵੱਧਦੀ ਹੈ। ਜਦੋਂ ਮੈਲਾ ਖਾਏ ਤਾਂ ਭਾਵੇਂ ਨਹੀਂ ਕੋਈ ਗੰਦ ਖਾਂਦਾ ਹੈ, ਨਹੀਂ, ਮਾੜੇ ਕਰਮ ਕਰਕੇ ਉਹ ਕਮਾਈ ਖਾਂਦਾ ਹੈ। ਇਸ ਤਰ੍ਹਾਂ ਉਹਦੇ ਅੰਦਰ ਮੈਲ ਹੋਰ ਵੱਧਦੀ ਹੈ। ਮਨਮੁਖ ਮੈਲ ਦੁੱਖ ਪਾਵਣ। ਇਹ ਜਿਹੜੇ ਮਨਮੁਖ ਨੇ ਇਹ ਮਨ ਦੀ ਮੈਲ ਕਾਰਨ ਇਹ ਦੁੱਖ ਪਾਉਂਦੇ ਨੇ, ਕਿਉਂਕਿ ਮਨ ਮੈਲਾ ਹੈ, ਇਸ ਲਈ ਉਹ ਮੈਲੇ ਕੰਮ ਕਰਦੇ ਨੇ, ਉਹ ਤੇ ਉਹ ਦੁੱਖ ਰੂਪ ਹੋ ਜਾਂਦੇ ਨੇ। ਭੈੜਾ ਬੰਦਾ ਹਮੇਸ਼ਾ ਭੈੜਾ ਹੀ ਕੰਮ ਕਰੇਗਾ। ਤਾਂ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਜਨਮਾਂ ਜਨਮੰਤਰਾਂ ਦੇ ਇਸ ਮਨ ਨੂੰ ਮੈਲ ਲੱਗੀ ਹੋਈ ਹੈ। ਜਦੋਂ ਅਸੀਂ ਇਸ ਮਨ ਦੇ ਆਖੇ ਲੱਗਦੇ ਤਾਂ ਪਹਿਲੇ ਹੀ ਮੈਲਾ ਹੈ। ਇਹਨੇ ਸਾਨੂੰ ਕੀ ਪਵਿੱਤਰ ਕਰਨਾ, ਅਸੀਂ ਸਗੋਂ ਹੋਰ ਮੈਲੇ ਹੋ ਜਾਂਦੇ। ਜੇ ਮਨ ਦੀ ਮੈਲ ਲਾਉਣੀ ਹੈ ਫਿਰ ਸਾਨੂੰ ਗੁਰਮੁਖ ਹੋਣਾ ਪੈਣਾ। ਮਨਮੁਖ ਦਾ ਜਿਹੜਾ ਜੋ ਮਨ 'ਚ ਹੈਗਾ ਉਹ ਕਰਨਾ, ਗੁਰਮੁਖ ਹੁੰਦਾ ਜੋ ਗੁਰੂ ਕਹੇ ਉਹ ਕਰਨਾ। ਸੋ ਗੁਰਮੁਖ ਦੀ ਮੈਲ ਦਿਨੋਂ ਦਿਨ ਲੈ ਜਾਂਦੇ ਅਤੇ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ। ਕਹਿੰਦੇ ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਫਿਰ ਮਨਮੁਖ ਮੈਲਾ ਹੁੰਦਾ, ਉਹਦਾ ਮਨ ਸਾਫ਼ ਨਹੀਂ ਹੁੰਦਾ, ਇਸ ਲਈ ਉਹ ਦੁੱਖ ਪਾਉਂਦਾ। ਫਿਰ ਅੱਗੇ ਗੁਰੂ ਮਹਾਰਾਜ ਕਹਿੰਦੇ ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸਾਚੇ ਭਾਏ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ। ਕੋਈ ਚਾਹੇ ਮੈਲਾ ਹੈ ਅਤੇ ਚਾਹੇ ਕੋਈ ਨਿਰਮਲ ਹੈ, ਸਾਰੇ ਪਰਮਾਤਮਾ ਦੇ ਹੁਕਮ 'ਚ ਹੀ ਨੇ। ਜਿਹੜਾ ਮੈਲਾ ਹੈ ਉਹ ਵੀ ਪਰਮਾਤਮਾ ਦੇ ਹੁਕਮ 'ਚ ਹੈ, ਅਤੇ ਜਿਹੜਾ ਨਿਰਮਲ ਹੈ ਉਹ ਵੀ ਉਹਦੇ ਹੁਕਮ 'ਚ ਹੈ। ਉਹਦੇ ਹੁਕਮ 'ਚ ਹੀ ਕੋਈ ਮੈਲਾ ਹੋ ਗਿਆ, ਕੋਈ ਨਿਰਮਲ ਹੋ ਗਿਆ। ਸੇ ਨਿਰਮਲ ਜੋ ਹਰ ਸਾਚੇ ਪਾਏ। ਪਵਿੱਤਰ ਕੌਣ ਨੇ? ਜੋ ਹਰੀ ਨੂੰ ਚੰਗੇ ਲੱਗਦੇ ਹਨ। ਜੋ ਹਰ ਸਾਚੇ ਪਾਏ, ਜੋ ਸੱਚੇ ਹਰੀ ਨੂੰ ਭਾਏ ਚੰਗੇ ਲੱਗਦੇ ਹਨ, ਉਹ ਨਿਰਮਲ ਨੇ। ਉਹ ਨਿਰਮਲ। ਜਿਹੜੇ ਨੂੰ ਚੰਗੇ ਨਹੀਂ ਲੱਗਦੇ ਉਹਨੂੰ ਤਾਂ ਮਨਮੁਖ ਹੋ ਜਾਣਾ, ਅਤੇ ਮਨਮੁਖ ਕੰਮ ਕਰਕੇ ਫਿਰ ਮਨ ਨੂੰ ਮੈਲ ਲਾ ਲੈਣੀ ਹੈ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣੇ। ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਦੇ ਅੰਦਰ ਨਾਮ ਵਸ ਜਾਂਦਾ, ਉਹਨਾਂ ਦੇ ਮਨ 'ਚ ਨਾਮ ਵਸ ਜਾਂਦਾ। ਉਹ ਨਾਮ ਦੀ ਬਰਕਤ ਨਾਲ ਮੈਲ ਚੁਕਾ ਬਣੇ, ਆਪਣੇ ਅੰਦਰੋਂ ਮੈਲ ਖਤਮ ਕਰ ਲੈਂਦੇ। ਗੁਰਮੁਖ ਹੁੰਦੇ ਨੇ, ਨਵੀਂ ਮੈਲ ਲੱਗਣ ਨਹੀਂ ਦਿੰਦੇ, ਪਹਿਲੇ ਨਾਮ ਜਪ ਜਪ ਕੇ ਲਾ ਲੈਂਦੇ ਨੇ, ਇਸ ਲਈ ਉਹਨਾਂ ਦੀ ਮੈਲ ਖਤਮ ਹੋ ਜਾਂਦੀ ਹੈ।
ਮਨਮੁਖ ਜੇ ਦੇਖਾ ਦੇਖੀ ਵਾਹਿਗੁਰੂ ਵਾਹਿਗੁਰੂ ਕਰੇਗਾ ਵੀ ਤਾਂ ਕੰਮ ਨਹੀਂ ਚੰਗੇ ਕਰੇਗਾ, ਇਸ ਲਈ ਤਾਂ ਮਨ ਸਾਫ਼ ਹੁੰਦਾ ਹੀ ਨਹੀਂ ਹੈ। ਅੱਗੇ ਕਹਿੰਦੇ ਮਾਝ ਮਹਿਲਾ ਤੀਜਾ, ਗੋਬਿੰਦ ਊਜਲ ਊਜਲ ਹੰਸ, ਮਨ ਬਾਣੀ ਨਿਰਮਲ ਮੇਰੀ ਮਨਸ, ਮਨ ਊਜਲ ਸਦਾ ਮੁਖ ਸੋਹੇ, ਅਤ ਊਜਲ ਨਾਮ ਧਿਆਵਣਿਆ। ਗੋਬਿੰਦ ਊਜਲ, ਜਿਹੜਾ ਪਰਮਾਤਮਾ ਹੈ ਉਹ ਤਾਂ ਸਾਫ਼ ਹੈ ਹੀ, ਉਹ ਤਾਂ ਉਜਲ। ਊਜਲ ਹੰਸ, ਜਿਹੜੇ ਦੇ ਸਾਧੂ ਨੇ ਉਹ ਵੀ ਪਵਿੱਤਰ ਨੇ। ਜਿਵੇਂ ਹਾਂ ਇੱਕ ਬਗਲਾ ਹੁੰਦਾ, ਇੱਕ ਹੰਸ ਹੁੰਦਾ, ਦੋਨਾਂ ਜਿਹਨੇ ਨਹੀਂ ਕਦੇ ਵੇਖਿਆ ਉਹਨੂੰ ਪਹਿਚਾਣ ਨਹੀਂ ਹੁੰਦੀ ਵੀ ਇਹ ਬਗਲਾ ਹੈ ਕਿ ਹੰਸ ਹੈ, ਕਿ ਬਾਹਰ ਦੋਨੋਂ ਚਿੱਟੇ ਨੇ, ਪਰ ਦੋਨੋਂ ਚਿੱਟੇ। ਕਾਂ ਅਤੇ ਬਗਲੇ ਦੀ ਸਾਨੂੰ ਪਹਿਚਾਣ ਹੈ ਵੀ ਕਾਂ ਕਾਲਾ ਹੈ, ਬਗਲਾ ਚਿੱਟਾ ਹੈ, ਪਰ ਬਗਲਾ ਅਤੇ ਹੰਸ ਦੋਨੇ ਚਿੱਟੇ ਹੁੰਦੇ ਨੇ। ਪਤਾ ਕਿਵੇਂ ਲੱਗਦਾ? ਜਦੋਂ ਉਹ ਚੋਗ ਚੁਗਦੇ ਨੇ, ਖਾਂਦੇ ਨੇ। ਹੰਸਾਂ ਹੀਰੇ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਏ। ਬਗਲਿਆਂ ਦਾ ਖਾਣਾ ਡੱਡੂ ਮੱਛੀ ਨੇ ਅਤੇ ਹੰਸ ਮੋਤੀ ਖਾਂਦੇ ਨੇ। ਉਹਨਾਂ ਦੀ ਰਹਿਣੀ ਬਹਿਣੀ ਤੋਂ, ਉਹਨਾਂ ਦੇ ਖਾਣ ਪੀਣ ਤੋਂ ਪਤਾ ਲੱਗਦਾ ਵੀ ਇਹ ਹੰਸ ਹੈ, ਇਹ ਬਗਲਾ ਹੈ। ਇਸ ਤਰ੍ਹਾਂ ਜੋ ਸਾਧੂ ਹਨ, ਜਿਵੇਂ ਪਰਮਾਤਮਾ ਪਵਿੱਤਰ ਹੈ ਉਹ ਵੀ ਪਵਿੱਤਰ ਹੁੰਦੇ ਨੇ। ਇਸ ਲਈ ਜਿਹੜੇ ਹੰਸ ਨੇ, ਜਿਹੜੇ ਸਾਧੂ ਨੇ, ਉਹ ਵੀ ਪਵਿੱਤਰ ਅਤੇ ਪਰਮਾਤਮਾ ਵੀ ਪਵਿੱਤਰ। ਮਨ ਬਾਣੀ ਨਿਰਮਲ ਮੇਰੀ ਮਨਸ, ਕਹਿੰਦੇ ਜਿਹੜੇ ਉਹਦਾ ਮਨ, ਉਹਦੀ ਮਨਸ, ਉਹਦੀ ਇੱਛਾ, ਇਹ ਬਾਣੀ ਦੇ ਨਾਲ ਪਵਿੱਤਰ ਹੋ ਜਾਂਦਾ। ਮਨ ਵੀ ਪਵਿੱਤਰ ਹੁੰਦਾ ਅਤੇ ਜਿਹੜੀ ਅੰਦਰ ਇੱਛਾ ਰੱਖੀ ਹੈ ਉਹ ਵੀ ਠੀਕ ਹੁੰਦੀ, ਗਲਤ ਨਹੀਂ ਹੁੰਦੀ। ਭੈੜਾ ਬੰਦਾ ਇੱਛਾ ਹੀ ਗਲਤ ਕਰਦਾ ਹੈ। ਹੋ ਸਕਦਾ ਹੈ ਚੋਰ ਵੀ ਗੁਰਦੁਆਰੇ ਜਾਂਦਾ ਹੋਵੇ, ਮੱਥਾ ਟੇਕ ਤੇ ਹੀ ਕੋਈ ਸੱਚਾ ਪਾਤਸ਼ਾਹ ਅੱਜ ਮੈਂ ਚੱਲਿਆ ਚੋਰੀ ਕਰਨ, ਚੰਗਾ ਮਾਲ ਮਿਲਣਾ ਚਾਹੀਦਾ, ਮੈਂ ਫੜਿਆ ਵੀ ਨਾ ਜਾਵਾਂ, ਤੈਨੂੰ ਵੀ ਜਾਂਦਾ ਜਾਂਦਾ ਕੋਈ ਦੇ ਜਾਵਾਂਗਾ। ਹੋ ਸਕਦਾ, ਕਿਉਂਕਿ ਇੱਛਾ ਹੈ। ਜਿਵੇਂ 21-20 ਵਾਲੇ ਸਰਦਾਰ ਹਰਜੀਤ ਸਿੰਘ ਸੁਣਦੇ ਸੀ ਇੱਕ ਵਾਰੀ, ਜਿਹੜਾ ਮੜੀਆਂ 'ਚ ਪਹਿਲਾਂ ਨਾਥ ਹੋਇਆ ਕਦੇ, ਇਹਨਾਂ ਦਾ ਪ੍ਰੇਮੀ ਸੀ। ਇੱਕ ਦਿਨ ਉਦਾਸ ਬੈਠਾ ਨਾਥ ਸ਼ਾਮ ਨੂੰ, ਇਹ ਕੋਲੋਂ ਨੇ ਕਹਿੰਦੇ ਕਿ ਨਾਥ ਜੀ ਉਦਾਸ ਲੱਗਦੇ ਹੋ ਤੁਸੀਂ? ਕਹਿੰਦਾ ਹਾਂ ਜੀ ਹਰਜੀਤ ਸਿੰਘ ਜੀ, ਅੱਜ ਨਾ ਮੁਰਦੇ ਥੋੜ੍ਹੇ ਆਏ ਨੇ, ਕਮਾਈ ਨਹੀਂ ਹੋਈ। ਦੱਸੋ, ਹੈ ਨਾ ਇੱਛਾ ਮੈਲੀ ਵੀ ਲੋਕ ਮਰਨ ਅਤੇ ਮੈਨੂੰ ਕਮਾਈ ਹੋਵੇ। ਹੁਣ ਡਾਕਟਰ ਵੀ ਧੂਪ ਬੱਤੀ ਸਵੇਰੇ ਕਰ ਰਿਹਾ ਅਤੇ ਵਕੀਲ ਵੀ ਕਰ ਰਿਹਾ। ਡਾਕਟਰ ਇਹੀ ਕਹਿੰਦਾ, ਹੈ ਸੱਚਾ ਪਾਤਸ਼ਾਹ ਬਿਮਾਰੀ ਹੋਰ ਫੈਲਾ, ਮਰੀਜ਼ ਮੇਰੇ ਕੋਲ ਆਉਣ। ਉਹਦੇ ਘੱਟ ਹੀ ਡਾਕਟਰ ਹੋਣਗੇ ਨਾ ਜਿਹੜੇ ਹੈ ਸੱਚੇ ਪਾਤਸ਼ਾਹ, ਜਿਹੜਾ ਮੇਰੇ ਕੋਲ ਆਵੇ ਤੰਦਰੁਸਤ ਹੋ ਜਾਏ ਨਾ। ਕੀ ਪਤਾ ਕੀ ਮੰਗਦੇ ਨੇ ਧੂਪ ਬੱਤੀ ਕਰਕੇ, ਕੀ ਪਤਾ ਕੀ ਮੰਗਦੇ। ਜਿਹਦਾ ਮਨ ਮੈਲਾ ਹੈ ਉਹਨੇ ਗਲਤ ਮਲਤੀ ਮੰਗਣਾ, ਜਿਹਦਾ ਮਨ ਸਾਫ਼ ਹੈ ਉਹਦੀ ਮੰਗ ਗਲਤ ਹੁੰਦੀ ਹੀ ਨਹੀਂ। ਇਹ ਮਨਸਾ, ਉਹਦਾ ਮਨ ਅਤੇ ਉਹਦੀ ਮਨਸਾ ਬਾਣੀ ਦੇ ਨਾਲ ਨਿਰਮਲ ਹੋ ਜਾਂਦੇ। ਮਨ ਊਜਲ ਸਦਾ ਮੁਖ ਸੋਹੇ, ਜਿਨ੍ਹਾਂ ਦਾ ਮਨ ਸਾਫ਼ ਹੁੰਦਾ ਨਾ, ਉਹਦੇ ਮੁਖ ਵੀ ਹਰ ਥਾਂ 'ਤੇ ਸੋਹਣੇ ਲੱਗਦੇ ਨੇ, ਚਾਹੇ ਸੰਸਾਰ 'ਚ ਨੇ ਅਤੇ ਚਾਹੇ ਪਰਮਾਤਮਾ ਦੇ ਦਰ 'ਤੇ ਚਲੇ ਗਏ ਨੇ। ਅਤ ਊਜਲ ਨਾਮ ਧਿਆਵਣਿਆ, ਕਿਉਂਕਿ ਅਤੀ ਪਵਿੱਤਰ ਨਾਮ ਨੂੰ ਉਹ ਜਪਦੇ ਹਨ। ਪਵਿੱਤਰ ਨਾਮ ਜਪਣ ਕਰਕੇ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਹੈ, ਉਹਨਾਂ ਦਾ ਮੁਖ ਪਵਿੱਤਰ ਹੋ ਗਿਆ। ਹੋਂ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਕਹਿੰਦੇ ਹੋਂ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣੇ, ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਹਨ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਕੁਰਬਾਨ ਜਾਂਦਾ, ਮੈਂ ਉਸ ਤੋਂ ਸਦਕੇ ਜਾਂਦਾ, ਮੈਂ ਉਸ ਤੋਂ ਵਾਰੇ ਜਾਂਦਾ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ,
ਜਿਹੜਾ ਦਿਨ ਰਾਤ ਗੋਬਿੰਦ ਗੋਬਿੰਦ ਕਹਿੰਦਾ ਰਹਿੰਦਾ ਹੈ, ਵਾਹਿਗੁਰੂ ਵਾਹਿਗੁਰੂ ਕਹਿੰਦਾ ਰਹਿੰਦਾ ਹੈ, ਗੋਬਿੰਦ ਗੁਣ ਸ਼ਬਦ ਸੁਨਾਵਣ। ਉਹ ਗੋਬਿੰਦ ਦੇ ਗੁਣ ਅਤੇ ਸ਼ਬਦ ਬਾਣੀ, ਉਹ ਬਾਣੀ ਰਾਹੀਂ ਪਰਮਾਤਮਾ ਦੇ ਗੁਣ ਦੂਜਿਆਂ ਨੂੰ ਸੁਣਾਉਂਦਾ ਰਹਿੰਦਾ ਹੈ, ਕਿਉਂਕਿ ਬਾਣੀ 'ਚ ਪਰਮਾਤਮਾ ਦੇ ਗੁਣ ਲਿਖੇ ਹੋਏ ਨੇ। ਜਦੋਂ ਬਾਣੀ ਕਿਸੇ ਨੂੰ ਸੁਣਾਉਂਦਾ, ਸਮਝੋ ਪਰਮਾਤਮਾ ਦੇ ਗੁਣ ਸੁਣਾਏ ਜਾ ਰਹੇ ਹਨ, ਕਿਉਂਕਿ ਉਹਨੂੰ ਹੋਰ ਚੰਗਾ ਨਹੀਂ ਲੱਗਦਾ ਕੁਛ। ਗੁਰਮੁਖ ਨੂੰ ਨਾਮ ਬਾਣੀ ਤੋਂ ਬਿਨਾਂ ਹੋਰ ਕਿਤਾਬਾਂ ਪੜ੍ਹਨ ਨੂੰ ਜੀਅ ਨਹੀਂ ਕਰਦਾ, ਉਹਦਾ ਉਹ ਜੀਅ ਨਹੀਂ ਕਰਦਾ। ਗੁਰਮੁਖ ਦਾ ਬਹੁਤੀਆਂ ਕਿਤਾਬਾਂ ਪੜ੍ਹਨ ਨੂੰ ਵੀ ਜੀਅ ਨਹੀਂ ਕਰਦਾ। ਗੁਰਮੁਖ ਬਣਨ ਲਈ ਤਾਂ ਕਈ ਵਾਰੀ ਬਹੁਤੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ, ਪਰ ਜਦੋਂ ਬੰਦਾ ਗੁਰਮੁਖ ਬਣ ਜਾਂਦਾ ਨਾ, ਉਹਦਾ ਫਿਰ ਹੋਰ ਕਿਤਾਬਾਂ ਪੜ੍ਹਨ ਨੂੰ ਜੀਅ ਨਹੀਂ ਕਰਦਾ, ਕਿਉਂਕਿ ਜਿਹੜਾ ਗਿਆਨ ਉਹਨੂੰ ਕਿਤਾਬਾਂ ਰਾਹੀਂ ਮਿਲਣਾ ਸੀ, ਉਹਨੂੰ ਨਾਮ ਦੇ ਰਾਹੀਂ ਹੀ ਮਿਲ ਗਿਆ ਹੈ। ਕਿਉਂਕਿ ਜਿਹੜਾ ਨਾਮ ਜਪਦਾ ਰਹਿੰਦਾ ਨਾ, ਕਹਿੰਦੇ ਮੂਰਖ ਵੀ ਸਿਆਣਾ ਹੋ ਜਾਂਦਾ ਨਾਮ ਜਪਣ ਨਾਲ। ਨਾਮ ਜਪਣ ਨਾਲ ਸਾਡੀ ਜਿਹੜੀ ਸੋਚ ਹੈ, ਮਤ ਹੈ, ਉੱਚੀ ਹੁੰਦੀ ਹੈ, ਕਿਉਂਕਿ ਪਵਿੱਤਰ ਸੋਚ ਹੀ ਉੱਚੀ ਹੋਣੀ ਹੈ। ਜੇ ਸਾਡਾ ਮਨ ਹੀ ਮੈਲਾ ਤਾਂ ਸਾਡੀ ਸੋਚ ਉੱਚੀ ਨਹੀਂ ਹੋ ਸਕਦੀ, ਸਾਡੀ ਸੋਚ ਵੀ ਘਟੀਆ ਹੋਵੇਗੀ। ਇਸ ਲਈ ਪਰਮਾਤਮਾ ਦੇ ਗੁਣਾਂ ਨੂੰ ਸੁਣਦਾ ਹੈ, ਬਾਣੀ ਰਾਹੀਂ ਪਰਮਾਤਮਾ ਦੇ ਗੁਣ ਦੂਜਿਆਂ ਨੂੰ ਸੁਣਾਉਂਦਾ ਹੈ, ਦਿਨ ਰਾਤ ਗੋਬਿੰਦ ਗੋਬਿੰਦ ਕਰਦਾ ਰਹਿੰਦਾ ਰਹਾਓ। ਗੋਬਿੰਦ ਗਾਵੇਂ ਸਹਿਜ ਸੁਭਾਏ, ਗੁਰ ਕੈ ਭੈ ਊਜਲ, ਹਉਮੈ ਮਲ ਜਾਏ, ਸਦਾ ਆਨੰਦ ਰਹੇਂ, ਭਗਤ ਕਰੈਂ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣੇ। ਕਹਿੰਦੇ ਗੋਬਿੰਦ ਗਾਵੇਂ ਸਹਿਜ ਸੁਭਾਏ, ਜਿਹੜੇ ਸਹਿਜ ਸੁਭਾਅ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਇੱਕ ਹੁੰਦਾ ਉਚੇਚ ਕਰਨਾ, ਜਿਵੇਂ ਸਵੇਰੇ ਸਿਰ ਉੱਠੋ ਜੀ, ਨਹਾਓ ਧੋ ਜੀ, ਚੌਂਕੜੀ ਮਾਰੋ ਜੀ, ਫਿਰ ਵਾਹਿਗੁਰੂ ਵਾਹਿਗੁਰੂ ਕਰੋ ਜੀ, ਇੱਕ ਸਹਿਜ ਸੁਭਾਅ ਕਰਦੇ ਰਹਿਣਾ। ਜਿਹੜਾ ਨਾਮ ਜਪਦਾ ਹੀ ਰਹਿੰਦਾ, ਉਹਦੇ ਲਈ ਤਾਂ ਸਾਰੇ ਹੀ ਅੰਮ੍ਰਿਤ ਵੇਲੇ ਨੇ। ਜਿਹੜਾ ਨਾਮ ਹੀ ਜਪਦਾ ਰਹਿੰਦਾ, ਉਹਦੇ ਲਈ ਤਾਂ ਸਾਰੇ ਹੀ ਅੰਮ੍ਰਿਤ ਵੇਲੇ ਨੇ। ਇਹ ਤਾਂ ਸਾਡੇ ਲਈ, ਜੇ ਅਸੀਂ ਨਾਮ ਨੂੰ ਨਹੀਂ ਜਪਦੇ ਪਏ, ਅੰਮ੍ਰਿਤ ਵੇਲੇ ਉੱਠਿਆ ਕਰੋ। ਜਿਹੜਾ ਨਾਮ ਹੀ ਜਪਦਾ ਰਹਿੰਦਾ, ਸਾਰੇ ਉਹਦੇ ਲਈ ਅੰਮ੍ਰਿਤ ਵੇਲੇ। ਉਹ ਜਿਹੜੇ ਸਹਿਜ ਸੁਭਾਅ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ, ਉਹ ਫਿਰ ਕੀ ਹੁੰਦਾ? ਗੁਰ ਕੈ ਭੈ ਊਜਲ, ਉਹ ਗੁਰੂ ਦੇ ਭੈ 'ਚ ਰਹਿ ਕੇ ਪਵਿੱਤਰ ਹੋ ਜਾਂਦੇ ਨੇ। ਹਉਮੈ ਮਲ ਜਾਏ, ਅਤੇ ਉਹਨਾਂ ਅੰਦਰ ਹਉਮੈ ਦੀ ਮੈਲ ਖਤਮ ਹੋ ਜਾਂਦੀ ਹੈ। ਸਹਿਜ ਸੁਭਾਅ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ, ਉੱਠਦੇ ਬੈਠਦੇ ਤੁਰਦੇ ਫਿਰਦੇ ਹਨ। ਫਿਰ ਕਿਤੇ ਗੁਰੂ ਦੇ ਭੈ 'ਚ ਰਹਿਣਾ, ਗੁਰੂ ਮਾਂ ਤੋਂ ਡਰ ਕੇ ਰਹਿਣਾ। ਫਿਰ ਇਸ ਤਰ੍ਹਾਂ ਕਰਦੇ ਕਹਿੰਦੇ ਹਉਮੈ ਦੀ ਮੈਲ ਖਤਮ ਹੋ ਜਾਂਦੀ ਹੈ। ਸਦਾ ਆਨੰਦ ਰਹੇ, ਭਗਤ ਕਰੈ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣ। ਜਿਹੜੇ ਪਰਮਾਤਮਾ ਨੂੰ ਸੁਣ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ, ਜਿਹੜੇ ਪਰਮਾਤਮਾ ਦੇ ਗੁਣ ਸੁਣ ਕੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਅਤੇ ਦਿਨ ਦਿਨ ਰਾਤ ਭਗਤੀ ਕਰਦੇ ਹਨ, ਸਦਾ ਆਨੰਦ ਰਹੇ। ਉਹ ਤਾਂ ਸਦੇ ਆਨੰਦ 'ਚ ਰਹਿੰਦੇ ਨੇ। ਉਹ ਸਦਾ ਆਨੰਦ 'ਚ ਰਹਿੰਦੇ ਨੇ। ਕੌਣ? ਸਦਾ ਆਨੰਦ ਰਹੇ, ਭਗਤ ਕਰੈਂ ਦਿਨ ਰਾਤੀ, ਜਿਹੜੇ ਦਿਨ ਰਾਤ ਭਗਤੀ ਕਰਦੇ ਹਨ। ਸੁਣ ਗੋਬਿੰਦ ਗੁਣ ਗਾਵਣੇ, ਉਹ ਪਰਮਾਤਮਾ ਬਾਰੇ ਸੁਣਦੇ ਨੇ ਅਤੇ ਪਰਮਾਤਮਾ ਦੇ ਹੀ ਗੁਣ ਗਾਉਂਦੇ ਹਨ। ਸੋ ਇਸ ਲਈ ਆਪਾਂ ਕੋਸ਼ਿਸ਼ ਕਰਨੀ ਹੈ। ਇਹ ਮੈਂ ਦੇਖਿਆ, ਬਾਣੀ ਪੜ੍ਹਨ ਨੂੰ, ਨਾਮ ਜਪਣ ਨੂੰ ਤਾਂ ਹੀ ਅੰਦਰੋਂ ਜੀਅ ਕਰਦਾ ਜੇ ਸਾਡਾ ਮਨ ਸਾਫ਼ ਹੋਵੇ। ਜੇ ਮਨ ਮੈਲਾ ਹੋਵੇ, ਆਦਤਾਂ ਭੈੜੀਆਂ ਹੋਣ, ਫਿਰ ਇਹ ਇਸ ਪਾਸੇ ਲੱਗਣ ਨੂੰ ਜੀਅ ਨਹੀਂ ਕਰਦਾ। ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਨੂੰ ਬਾਣੀ ਦੀ ਵਿਚਾਰ ਕਰ ਕਰਕੇ ਪਤਾ ਲੱਗ ਹੀ ਗਿਆ ਕੀ ਠੀਕ ਹੈ ਅਤੇ ਕੀ ਗਲਤ ਹੈ। ਆਪਣੇ ਆਪ ਨੂੰ ਵੀ ਪਤਾ ਹੀ ਹੁੰਦਾ ਵੀ ਮੈਂ ਜੋ ਕੰਮ ਕਰ ਰਿਹਾ ਠੀਕ ਹੈ ਗਲਤ ਹੈ। ਅਤੇ ਜਦੋਂ ਪਤਾ ਹੋਵੇ ਕਿ ਜੋ ਮੈਂ ਕੰਮ ਕਰ ਰਿਹਾ ਗਲਤ ਹੈ, ਉਹਨੂੰ ਛੱਡ ਦੇਣਾ ਚਾਹੀਦਾ।
ਕਿਉਂਕਿ ਜਿਹਨੂੰ ਗਿਆਨ ਹੋਵੇ ਤੇ ਫਿਰ ਗਲਤ ਕਰਦਾ ਰਹੇ ਉਹਨੂੰ ਜ਼ਿਆਦਾ ਸਜ਼ਾ ਮਿਲਦੀ ਹੈ। ਜਿਹਨੂੰ ਗਿਆਨ ਹੀ ਨਹੀਂ ਹੈ, ਮੰਨ ਲਓ ਜਿਹਦਾ ਦਾਦਾ ਵੀ ਚੋਰ, ਜਿਹਦਾ ਬਾਪ ਵੀ ਚੋਰ, ਉਹ ਵੀ ਛੋਟੀ ਉਮਰ ਤੋਂ ਚੋਰੀ ਕਰਨ ਲੱਗ ਜਾਏਗਾ, ਉਹਨੂੰ ਚੋਰੀ ਮਾੜੀ ਨਹੀਂ ਲੱਗੇਗੀ, ਉਹ ਪਿਤਾ ਪੁਰਖੀ ਕਿੱਤਾ ਕਰ ਰਿਹਾ, ਉਹ ਜੋ ਬਾਪ ਕਰੇ ਉਹੀ ਉਹ ਕਰ ਲਏਗਾ। ਅਗਰ ਕਿਤੇ ਉਹ ਸਤ ਸੰਗਤ ਕਰੇ ਤੇ ਉਹਨੂੰ ਗਿਆਨ ਜੇ ਭਾਈ ਚੋਰੀ ਨਹੀਂ ਕਰਨੀ ਚਾਹੀਦੀ, ਤੇ ਉਹ ਫਿਰ ਵੀ ਜੇ ਚੋਰੀ ਕਰਦਾ ਰਹਿੰਦਾ ਫਿਰ ਉਹਨੂੰ ਜ਼ਿਆਦਾ ਸਜ਼ਾ ਮਿਲਦਾ ਵੀ ਤੈਨੂੰ ਤਾਂ ਗਿਆਨ ਹੋ ਗਿਆ ਸੀ, ਤੈਨੂੰ ਵੀ ਗਿਆਨ ਸੀ, ਤੂੰ ਕਿਉਂ ਅਜਿਹਾ ਕੀਤਾ। ਇਸ ਲਈ ਫਿਰ ਜੇ ਸਾਨੂੰ ਗਿਆਨ ਜੇ ਫਿਰ ਸਾਡਾ ਫਰਜ਼ ਬਣਦਾ ਅਸੀਂ ਕੋਸ਼ਿਸ਼ ਕਰੀਏ ਇਸ ਗਿਆਨ ਦੇ ਅਨੁਸਾਰ ਚੱਲਣ ਦੀ, ਤਾਂ ਜੇ ਅਸੀਂ ਆਪਣੀਆਂ ਬੁਰਾਈਆਂ ਹੌਲੀ ਹੌਲੀ ਛੱਡਦੇ ਰਹੀਏ, ਚੰਗਿਆਈਆਂ ਨੂੰ ਧਾਰਨ ਕਰਦੇ ਰਹੀਏ, ਨਾਮ ਜਪਦੇ ਰਹੀਏ, ਸਮਾਂ ਪਾ ਕੇ ਮਨ ਨਿਰਮਲ ਹੋ ਜਾਏ, ਫਿਰ ਇਹ ਨਿਰਮਲ ਮਨ ਹੀ ਨਿਰਮਲ ਪਰਮਾਤਮਾ 'ਚ ਪ੍ਰਵੇਸ਼ ਕਰ ਸਕਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।